ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਜਿਉ ਜਾਨਹੁ ਤਿਉ ਰਾਖ ਹਰ ਪ੍ਰਭ ਤੇਰਿਆ ਕਿਤੇ ਗਨੋ ਅਸੰਖ ਅਵਗੁਣ ਮੇਰਿਆ ਅਸੰਖ ਅਵਗੁਣ ਖਤੇ ਫੇਰੇ ਨਿਤ ਪ੍ਰਤ ਸਦ ਭੂਲੀਐ ਮੋਹ ਮਗਨ ਬਿਕਰਾਲ ਮਾਇਆ ਤਉ ਪ੍ਰਸਾਦੀ ਘੂਲੀਐ ਲੋਕ ਕਰਤ ਬਿਕਾਰ ਬਿਖੜੇ ਪ੍ਰਭ ਨੇਰਹੂ ਤੇ ਨੇਰਿਆ ਬਿਨਵੰਤ ਨਾਨਕ ਦਇਆ ਧਾਰਹੁ ਕਾਢ ਭਵ ਜਲ ਫੇਰਿਆ ਬਿਨਵੰਤ ਨਾਨਕ ਦਇਆ ਧਾਰਹੁ ਕਾਢ ਭਵ ਜਲ ਫੇਰਿਆ ਅਮਿ ਦ੍ਰਿਸ਼ਟ ਸੁਭ ਕਰੈ ਹਰੈ ਅਗ ਪਾਪ ਸਕਲ ਮਲ ਕਾਮ ਕ੍ਰੋਧ ਹਰ ਲੋਭ ਮੋਹ ਵਸ ਕਰੈ ਸਬੈ ਬਲ ਸਦਾ ਸੁਖ ਮਨ ਵਸੈ ਦੁਖ ਸੰਸਾਰੈ ਖੋਵੈ ਗੁਰ ਨਵ ਨਿਧ ਦਰਿਆਓ ਜਨਮ ਹਮ ਕਾਲਖ ਤੋਵੈ ਸੁਕਹੁ ਟਲ ਗੁਰ ਸੇਵੀਐ ਅਹਨਿਸ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮਾਹ ਜੇਠ ਭਲਾ ਪ੍ਰੀਤਮ ਕਿਉ ਬਿਸਰੈ,
ਥਲ ਤਾਪਿਹ ਸਰ ਭਾਰ, ਸਾ ਧਨ ਬਿਨੋ ਕਰੈ। ਮਾਹ ਜੇਠ ਭਲਾ ਪ੍ਰੀਤਮ ਕਿਉ ਬਿਸਰੈ, ਥਲ ਤਾਪਿਹ ਸਰ ਭਾਰ, ਸਾ ਧਨ ਬਿਨੋ ਕਰੈ। ਧਨ ਬਿਨੋ ਕਰੇਦੀ ਗੁਣ ਸਾਰੇਦੀ, ਗੁਣ ਸਾਰੀ ਪ੍ਰਭ ਭਾਵਾ। ਸਾਚੈ ਮਹਿਲ ਰਹਿ ਬੈਰਾਗੀ, ਆਵਣ ਦੇਹ ਤਾ ਆਵਾ। ਨਿਮਾਣੀ ਨਿਤਾਣੀ ਹਰ ਬਿਨ, ਕਿਉ ਪਾਵੈ ਸੁਖ ਮਹਿਲੀ। ਨਾਨਕ ਜੇਠ ਜਾਣੈ ਤਿਸ ਜੈਸੀ, ਕਰਮ ਮਿਲੈ ਗੁਣ ਗਹਿਲੀ। ਨਿਮਾਣੀ ਨਿਤਾਣੀ ਹਰ ਬਿਨ, ਕਿਉ ਪਾਵੈ ਸੁਖ ਮਹਿਲੀ। ਨਾਨਕ ਜੇਠ ਜਾਣੈ ਤਿਸ ਜੈਸੀ, ਕਰਮ ਮਿਲੈ ਗੁਣ ਗਹਿਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਚਬਰ ਛਤਰ ਤਖਤ ਦੇ ਮਾਲਕ, ਜਾਗਦੀ ਜੋਤ, 10 ਪਾਤਸ਼ਾਹੀਆਂ ਦੇ ਆਤਮਕ ਸਰੂਪ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਜ਼ੂਰ ਦੀ ਪਰਮ ਕਿਰਪਾਲਤਾ ਸਦਕਾ ਸਤ ਸੰਗਤ ਦੀਆਂ ਪਵਿੱਤਰ ਸੁਭਾਗ ਘੜੀਆਂ ਸਵਾਸਾਂ ਦੇ ਸਫਲ ਕਰਨ ਵਾਸਤੇ ਆਪਾਂ ਨੂੰ ਪ੍ਰਾਪਤ ਹੋਈਆਂ ਨੇ। ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਹਜ਼ੂਰ ਦਾ ਉਚਾਰਨ ਕੀਤਾ ਹੋਇਆ ਪਾਵਨ ਪਵਿੱਤਰ ਉਪਦੇਸ਼ 12 ਮਹਾਂ ਤੁਖਾਰੀ ਰਾਗ ਦੇ ਅੰਦਰ, ਜਿਸ ਵਿੱਚੋਂ ਜੇਠ ਦੇ ਮਹੀਨੇ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਅੱਜ ਜੇਠ ਦੇ ਮਹੀਨੇ ਦੀ ਸੰਗਰਾਂਦ ਦਾ ਪੁਰਬ ਹੈ। ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਉਚਾਰਨ ਕੀਤੀ ਹੋਈ ਪਾਵਨ ਬਾਣੀ ਦੀ ਲੜੀਵਾਰ ਕਥਾ ਰੋਜ਼ਾਨਾ ਚੱਲ ਰਹੀ ਸੀ। ਅੱਜ ਸੰਗਰਾਂਦ ਦਾ ਪੁਰਬ ਹੋਣ ਕਰਕੇ ਸੰਗਤਾਂ ਦੀ ਇੱਛਾ ਹੈ ਕਿ ਤੁਖਾਰੀ ਰਾਗ ਦੇ ਵਿੱਚ ਜੋ ਸਤਿਗੁਰੂ ਜੀ ਨੇ 12 ਮਹੀਨਿਆਂ ਦੁਆਰਾ ਫਲਾਦੇਸ਼ ਬਖਸ਼ਿਸ਼ ਕੀਤਾ ਹੈ, ਉਹ ਕਿਰਪਾ ਕਰਕੇ ਜੇਠ ਦੇ ਮਹੀਨੇ ਦੀ ਕਥਾ ਜਿਹੜੀ ਹੈ ਉਹ ਸਰਵਣ ਕਰਾਓ। ਮਾਝ ਰਾਗ 12 ਮਾਹਾਂ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੀ ਉਚਾਰਨ ਕੀਤੀ ਹੋਈ ਪਾਵਨ ਬਾਣੀ ਜਦੋਂ ਸੰਗਰਾਂਦ ਦਾ ਪੁਰਬ ਆਉਂਦਾ ਏ, ਗੁਰੂ ਘਰਾਂ ਦੇ ਅੰਦਰ ਸੱਚੇ ਪਾਤਸ਼ਾਹ ਜੀ ਦੀ ਇਸ ਪਵਿੱਤਰ ਬਾਣੀ ਦਾ ਪਾਠ ਹੁੰਦਾ ਹੈ ਅਤੇ ਕਥਾ ਹੁੰਦੀ ਹੈ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਸ਼੍ਰੀ ਦਸਮ ਗ੍ਰੰਥ ਦੇ ਅੰਦਰ ਮਹਾਰਾਜ ਜੀ ਨੇ 12 ਮਾਹ ਉਚਾਰਨ ਕੀਤੇ ਨੇ। ਇਹ ਤੁਖਾਰੀ ਰਾਗ ਦਾ 12 ਮਾਹਾਂ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਅੰਮ੍ਰਿਤ ਪਵਿੱਤਰ ਰਚਨਾ ਹੈ। ਕਈਆਂ ਵਿਦਵਾਨਾਂ ਦਾ ਇਹ ਮੰਨਣਾ ਹੈ ਕਿ ਸ੍ਰੀ ਗੁਰੂ ਜੀ ਨੇ ਇਹ ਆਪਣੇ ਸ੍ਰੀ ਕੰਠ ਤੋਂ ਅਖੀਰਲੀ ਰਚਨਾ ਗੁਰਬਾਣੀ ਦੀ ਮਹਾਰਾਜ ਜੀ ਨੇ ਉਚਾਰਨ ਕੀਤੀ ਹੈ। ਜੋਤੀ ਜੋਤ ਸਮਾਉਣ ਤੋਂ ਪਹਿਲਾਂ ਕਰਤਾਰਪੁਰ ਸਾਹਿਬ ਦੇ ਅੰਦਰ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਇਸ ਪਾਵਨ ਬਾਣੀ ਦੇ ਅੰਦਰ
ਅਨੁਕਤੀ ਅਲੰਕਾਰ ਦੇ ਕਰਕੇ ਸ਼ੈਨਤਾ ਨਾਲ ਸੱਚੇ ਪਾਤਸ਼ਾਹ ਜੀ ਨੇ ਬਿਰਹੋ ਦੀ ਸਿੱਖਿਆ ਦਿੱਤੀ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਮਨ ਦੇ ਅੰਦਰ ਜੋ ਵਾਹਿਗੁਰੂ ਨੂੰ ਮਿਲਣ ਦੀ ਤੜਫ ਹੈ, ਜਗਿਆਸਾ ਦੇ ਅੰਦਰ ਜਦੋਂ ਇਹ ਤੀਬਰ ਵੱਧਦੀ ਹੈ, ਮਹਾਰਾਜ ਸੱਚੇ ਪਾਤਸ਼ਾਹ ਉਹ ਅਵਸਥਾ ਗਰੀਬ ਨਵਾਜ ਜੀ ਜਿਹੜੀ ਹੈ ਮਹਾਰਾਜ ਨੇ ਇਸ ਪਾਵਨ ਬਾਣੀ ਦੇ ਅੰਦਰ ਕਥਨ ਕੀਤੀ ਹੈ। ਪਹਿਲੀਆਂ 4 ਪੌੜੀਆਂ ਮਹਾਰਾਜ ਜੀ ਨੇ ਮੰਗਲਾਚਰਨ ਸੱਚੇ ਪਾਤਸ਼ਾਹ ਜੀ ਨੇ ਕੀਤਾ ਹੈ। ਜਿਵੇਂ ਮਾਝ ਰਾਗ ਦੇ 12 ਮਾਹ ਦਾ ਸੱਚੇ ਪਾਤਸ਼ਾਹ ਜੀ ਨੇ ਪਹਿਲੀ ਤੇ ਅਖੀਰਲੀ ਪੌੜੀ ਮੰਗਲਾਚਰਨ ਕੀਤਾ ਹੈ। ਫਿਰ ਮਹਾਰਾਜ ਜੀ ਨੇ ਇੱਕ ਮਹੀਨੇ ਦੁਆਰਾ ਹਜੂਰ ਨੇ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤਾ ਹੈ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਇਸ ਤਰ੍ਹਾਂ 4 ਪੌੜੀਆਂ ਮੰਗਲਾਚਰਨ ਕਰਕੇ ਫਿਰ ਮਹਾਰਾਜ ਜੀ ਨੇ ਚੇਤਰ ਦੇ ਮਹੀਨੇ ਤੋਂ ਸਤਿਗੁਰੂ ਜੀ ਨੇ ਪਵਿੱਤਰ ਉਪਦੇਸ਼ 12 ਮਹੀਨਿਆਂ ਦੁਆਰਾ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ ਹੈ। ਇਸ ਪਵਿੱਤਰ ਬਾਣੀ ਦੀ ਉਥਾਨਕਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਥੰਮਣ ਸ਼ਾਹ ਫਕੀਰ ਆਏ ਸੀ, ਜਿਨ੍ਹਾਂ ਨੂੰ ਮਹਾਰਾਜ ਨੇ ਜਦੋਂ ਆਪ ਦਰਸ਼ਨ ਦਿੱਤਾ ਸੀ ਜਾ ਕਰਕੇ, ਤੇ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਵੇਖ ਕਰਕੇ ਮਨ ਦਾ ਸੁਖ ਭਾਵ ਬਹੁਤ ਆਨੰਦ ਪ੍ਰਾਪਤ ਹੋਇਆ। ਸਤਿਗੁਰਾਂ ਜੀ ਨੇ ਉਹਨਾਂ ਦੇ ਪਰਥਾਏ ਹੀ ਇਹ ਸ਼ਬਦ ਉਚਾਰਨ ਕੀਤਾ ਸੀ, ਮੋਰੀ ਰੁਣ ਝੁਣ ਲਾਇਆ, ਭੈਣੇ ਸਾਵਣੇ ਆਇਆ। ਇਹ ਸੱਚੇ ਪਾਤਸ਼ਾਹ ਜੀ ਨੇ ਥੰਮਣ ਸ਼ਾਹ ਫਕੀਰ ਜੀ ਦੇ ਤਾਈਂ ਮਹਾਰਾਜ ਬਖਸ਼ਿਸ਼ ਕੀਤੀ ਸੀ। ਇਹ ਜਦੋਂ ਕਰਤਾਰਪੁਰ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰਨ ਆਏ, ਮਹਾਰਾਜ ਦੇ ਚਰਨਾਂ ਵਿੱਚ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜਿਹੜਾ ਮੈਨੂੰ ਸਮਾਧੀ ਵਿੱਚ ਇੱਕ ਵਾਰ ਉਸ ਪਰਮੇਸ਼ਰ ਦਾ ਨਜ਼ਾਰਾ ਹੋਇਆ, ਮਹਾਰਾਜ ਮੈਂ ਫਿਰ ਯਤਨ ਬਹੁਤ ਕੀਤਾ, ਦੁਬਾਰਾ ਮੈਨੂੰ ਉਸ ਤਰ੍ਹਾਂ ਦਾ ਨਜ਼ਾਰਾ ਨਹੀਂ ਹੋਇਆ। ਆਪ ਕਿਰਪਾ ਕਰਕੇ ਮਹਾਰਾਜ ਵਾਹਿਗੁਰੂ ਜੀ ਦੇ ਉਸ ਸੁੱਖ ਦੀ, ਉਸ ਨਜ਼ਾਰੇ ਦੀ ਝਲਕ ਦਿਖਾਓ ਮਹਾਰਾਜ, ਆਪ ਕਿਰਪਾ ਕਰੋ। ਤੇ ਸੱਚੇ ਪਾਤਸ਼ਾਹ ਜੀ ਨੇ ਥੰਮਣ ਸ਼ਾਹ ਫਕੀਰ ਦੀ ਇਹ ਬੇਨਤੀ ਸੁਣ ਕਰਕੇ ਮਹਾਰਾਜ ਜੀ ਨੇ ਇਹ ਹਜੂਰ ਨੇ ਬਿਰਹੋ ਦੀ ਬਾਣੀ ਸਤਿਗੁਰਾਂ ਜੀ ਨੇ ਫਿਰ ਉਚਾਰਨ ਕੀਤੀ। ਉਥਾਨਕਾ ਵਿੱਚ ਇਉਂ ਵੀ ਜ਼ਿਕਰ ਹੈ ਕਿ ਬਾਬਾ ਬੁੱਢਾ ਸਾਹਿਬ ਜੀ ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਹਜੂਰ ਦੇ ਚਰਨਾਂ ਵਿੱਚ ਬੇਨਤੀ ਕੀਤੀ, ਸੱਚੇ ਪਾਤਸ਼ਾਹ ਆਪ ਕਿਰਪਾ ਕਰਕੇ ਜਗਿਆਸੂ ਦੇ ਅੰਦਰ ਜਦੋਂ ਪ੍ਰੇਮ ਵੱਧਦਾ ਏ, ਮਹਾਰਾਜ ਉਹ ਬਿਰਹਾ ਕੈਸਾ ਏ, ਉਸ ਬਿਰਹੇ ਦਾ ਸਰੂਪ ਮਹਾਰਾਜ ਸਾਨੂੰ ਦੱਸੋ ਕਿ ਵਾਹਿਗੁਰੂ ਨੂੰ ਮਿਲਣ ਵਾਸਤੇ ਕਿਸ ਤਰ੍ਹਾਂ ਮਹਾਰਾਜ ਜਗਿਆਸੂਆਂ ਦਾ ਮਨ ਤੜਫ ਉੱਠਦਾ ਏ, ਫਿਰ ਵਾਹਿਗੁਰੂ ਦੀ ਸਾਖਿਆਤਤਾ ਪਾ ਕਰਕੇ ਨਿਹਾਲ ਹੁੰਦੇ ਐ। ਕਿਹੜੀਆਂ ਕਿਹੜੀਆਂ ਚੀਜ਼ਾਂ ਮਹਾਰਾਜ ਬਾਧਾ ਪਾਉਂਦੀਆਂ ਨੇ, ਆਪ ਕਿਰਪਾ ਕਰਕੇ ਦੱਸੋ। ਮਹਾਰਾਜ ਸਿੱਖਾਂ ਨੂੰ ਸੱਚੇ ਪਾਤਸ਼ਾਹ ਇਸ ਪਵਿੱਤਰ ਬਾਣੀ ਨਾਲ ਵਾਹਿਗੁਰੂ ਨਾਲ ਪ੍ਰੇਮ ਪਾਉਣ ਵਿੱਚ ਬਹੁਤ ਮਹਾਰਾਜ ਸੁਖ ਤੇ ਇਹ ਸੁਵਿਧਾ ਪ੍ਰਾਪਤ ਹੋਵੇਗੀ। ਆਪ ਕਿਰਪਾ ਕਰੋ ਮਹਾਰਾਜ, ਆਪਣੇ ਸ਼੍ਰੀ ਕੰਠ ਤੋਂ ਉਪਦੇਸ਼ ਬਖਸ਼ੋ। ਇਹ ਬੇਨਤੀਆਂ ਸਤਿਗੁਰਾਂ ਜੀ ਨੇ ਸੁਣ ਕਰਕੇ ਫਿਰ ਇਹ ਬਿਰਹੋ ਦੀ ਬਾਣੀ ਮਹਾਰਾਜ ਨੇ ਉਚਾਰਨ ਕੀਤੀ ਸੀ। ਸੰਗਰਾਂਦ ਦਾ ਪੁਰਬ ਜੋ ਹੈ ਗੁਰੂ ਘਰ ਦੇ ਅੰਦਰ ਆਦਿ ਕਾਲ ਤੋਂ ਮਨਾਇਆ ਜਾਂਦਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਗਰੀਬ ਨਵਾਜ ਦੇ ਹਜੂਰ ਸੰਗਤਾਂ ਆਉਂਦੀਆਂ, ਸਤਿਗੁਰੂ ਜੀ ਆਪਣੇ ਸ਼੍ਰੀ ਕੰਠ ਤੋਂ ਉਪਦੇਸ਼ ਬਖਸ਼ਿਸ਼ ਕਰਦੇ। ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਜੀ ਵਿਸਾਖ ਦੀ ਸੰਗਰਾਂਦ ਦਾ ਪੁਰਬ
ਬਹੁਤ ਵੱਡੇ ਪੱਧਰ ਤੇ ਮਹਾਰਾਜ ਜੀ ਮਨਾਇਆ ਕਰਦੇ। ਮੱਸਿਆ ਪੂਰਨਮਾਸ਼ੀ ਇਹ ਸਾਰੇ ਦਿਹਾੜੇ ਗੁਰੂ ਘਰ ਵਿੱਚ ਮਨਾਏ ਜਾਂਦੇ ਹੈ। ਸਮੇਂ ਦੇ ਸੂਚਕ ਨਾਲ ਵਾਹਿਗੁਰੂ ਜੀ ਦੇ ਨਾਲ ਜੁੜਨਾ ਕੋਈ ਮਨਮਤ ਨਹੀਂ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਸਾਡੇ ਤਾਈਂ ਨਿਰੰਕਾਰ ਨਾਲ ਇੱਕਮਿਕ ਹੋਣ ਦਾ ਉਪਦੇਸ਼ ਦਿੰਦੇ ਹੈ। ਜੇਕਰ ਕਿ ਸੰਗਰਾਂਦ ਦਾ ਪੁਰਬ ਜਾਣ ਕੇ ਤੁਸੀਂ ਕਿਸੇ ਸਿਆਣਿਆਂ ਤੋਂ ਫਲਾਦੇਸ਼ ਸੁਣਨ ਜਾਓਗੇ, ਮੱਸਿਆ ਪੂਰਨਮਾਸ਼ੀ ਨੂੰ ਕੋਈ ਮੰਤਰ ਜੰਤਰ ਸਿੱਖਣ ਜਾਓਗੇ, ਫਿਰ ਤਾਂ ਮਨਮਤ ਹੈ। ਪਰ ਜੇ ਗੁਰੂ ਜੀ ਦੇ ਦੁਆਰੇ ਆ ਕਰਕੇ ਸਤਿਗੁਰੂ ਜੀ ਦਾ ਉਪਦੇਸ਼ ਸੁਣੋਗੇ ਤਾਂ ਇਹ ਗੁਰੂ ਮਤ ਹੈ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਜੀਵਨ ਦੀ ਕਲਿਆਣ ਦਾ ਮਹਾਰਾਜ ਸਾਨੂੰ ਉਪਦੇਸ਼ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹੈ। ਬਹੁਤ ਸਾਰੇ ਕਰਮ ਕਾਂਡ ਮੰਨੇ ਜਾਂਦੇ ਹੈ। ਸਾਰੇ ਹੀ ਕਰਮਾਂ ਕਾਂਡਾਂ ਦਾ ਹਜ਼ੂਰ ਕਹਿੰਦੇ ਆ ਤਿਆਗ ਕਰੋ, ਇੱਕੋ ਇੱਕ ਉੱਤਮ ਕਰਮ ਕਰੋ ਜੋ ਵਾਹਿਗੁਰੂ ਦੇ ਨਾਲ ਪਿਆਰ ਕਰਨ ਦਾ ਕਰਮ ਹੈ। ਜਿਨ੍ਹਾਂ ਦਾ ਇਹ ਖਿਆਲ ਹੈ ਕਿ ਜੋ ਸੰਗਰਾਂਦ ਵੈ ਇਸ ਦਿਨ ਗੁਰਦੁਆਰੇ ਸਾਹਿਬ ਜ਼ਰੂਰ ਜਾਣਾ ਚਾਹੀਦਾ ਹੈ, ਬਾਕੀ ਮਹੀਨਾ ਭਾਵੇਂ ਨਾ ਜਾਇਆ ਜਾਵੇ। ਜੇ ਉਹਨਾਂ ਕੋਲ ਪੁੱਛੀਏ ਕਿ ਇਹਦਾ ਕਾਰਨ ਕੀ ਹੈ, ਉਹ ਕਹਿੰਦੇ ਮਹੀਨਾ ਚੜ੍ਹਿਆ ਹੈ ਤੇ ਤਾਂ ਗੁਰਦੁਆਰੇ ਸਾਹਿਬ ਜਾਈਦਾ ਕਿ ਸਾਰਾ ਮਹੀਨਾ ਬੜਾ ਚੰਗਾ ਲੰਘੇ। ਜੇ ਉਹ ਆਪ ਹੀ ਇਸ ਗੱਲ ਦਾ ਦਾਅਵਾ ਕਰਦੇ ਹੈ ਤੇ ਸਮਝਦੇ ਹੈ ਕਿ ਇੱਕ ਦਿਨ ਮਹੀਨੇ ਵਿੱਚ ਜੇ ਗੁਰਦੁਆਰੇ ਸਾਹਿਬ ਜਾਈਏ ਸਾਰਾ ਮਹੀਨਾ ਬੜਾ ਚੰਗਾ ਲੰਘਦਾ, ਤੇ ਜੇ ਰੋਜ਼ ਸਤਿਗੁਰੂ ਜੀ ਦੇ ਦੁਆਰੇ ਦਰਸ਼ਨ ਕਰੀਏ, ਹਜ਼ੂਰ ਦਾ ਉਪਦੇਸ਼ ਸੁਣੀਏ, ਫਿਰ ਜ਼ਿੰਦਗੀ ਕਿੰਨੀ ਚੰਗੀ ਲੰਘੇਗੀ। ਤੋ ਮਹਾਰਾਜ ਜੀ ਦੇ ਦਰਸ਼ਨ ਰੋਜ਼ ਕਰਨੇ ਚਾਹੀਦੇ ਆ। ਰੋਜ਼ ਉਪਦੇਸ਼ ਮਹਾਰਾਜ ਦਾ ਸ੍ਰੀ ਮੁਖਵਾਕ ਸੁਣ ਕੇ ਆਪਣੇ ਜੀਵਨ ਨੂੰ ਉਸ ਸਿੱਖਿਆ ਦੇ ਮੁਤਾਬਕ ਢਾਲਣਾ ਚਾਹੀਦਾ ਹੈ। ਸੱਚੇ ਪਾਤਸ਼ਾਹ ਜੀ ਨੇ ਇਹ ਸਾਰੇ ਹੀ ਕਰਮਾਂ ਕਾਂਡਾਂ ਦਾ ਤਿਆਗ ਕਰਕੇ ਵਾਹਿਗੁਰੂ ਦਾ ਬਿਰਹਾ, ਵਾਹਿਗੁਰੂ ਦਾ ਪਿਆਰ ਅੰਦਰ ਜਿਹੜਾ ਨਾ ਇਹ ਪੈਦਾ ਕਰਨ ਦੀ ਸਿੱਖਿਆ ਦਿੱਤੀ ਹੈ। ਜਿਵੇਂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਨੂੰ ਬਾਬਾ ਬੁੱਢਾ ਸਾਹਿਬ ਨੇ ਆਖਿਆ ਸੀ, ਕਿਉਂਕਿ ਚੰਗੇ ਮਾੜੇ ਗ੍ਰਹਿ ਬੜੇ ਮੰਨੇ ਜਾਂਦੇ ਹੈ। ਮਾੜਿਆਂ ਗ੍ਰਹਿਾਂ ਤੋਂ ਬਚਣ ਲਈ ਉਹਨਾਂ ਦੀ ਪੂਜਾ ਕਈ ਪ੍ਰਕਾਰ ਦੀ ਦੱਸੀ ਜਾਂਦੀ ਹੈ। ਤੇ ਸਤਿਗੁਰੂ ਜੀ ਦੇ ਚਰਨਾਂ 'ਚ ਬਾਬਾ ਬੁੱਢਾ ਸਾਹਿਬ ਨੇ ਬੇਨਤੀ ਕੀਤੀ ਸੀ, ਮਹਾਰਾਜ ਆਪ ਕਿਰਪਾ ਕਰੋ। ਜਦੋਂ ਹੰਕਾਰੀ ਹੋ ਕੇ ਬ੍ਰਾਹਮਣ ਜਿਹੜਾ ਸੀ ਉਹ ਕਥਾ ਨਾ ਕਰਨ ਆਇਆ ਤੇ ਮਹਾਰਾਜ ਦੇ ਕੋਲ ਫਿਰ ਬਾਬਾ ਬੁੱਢਾ ਸਾਹਿਬ ਨੇ ਸੰਗਤਾਂ ਸਮੇਤ ਬੇਨਤੀ ਕੀਤੀ ਸੀ, ਮਹਾਰਾਜ ਆਪ ਕਿਰਪਾ ਕਰਕੇ ਆਪਣੇ ਸ਼੍ਰੀ ਮੁਖ ਤੋਂ ਮਹਾਰਾਜ 12 ਮੈਂ ਪਿੱਤਰ ਬਾਣੀ ਉਚਾਰੋ। ਸਤਿਗੁਰੂ ਜੀ ਨੇ ਉਦੋਂ ਆਗਿਆ ਕੀਤੀ ਸੀ ਕਿ ਤੁਖਾਰੀ ਰਾਗ ਵਿੱਚ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦਾ ਉਚਾਰਨ ਕੀਤਾ ਹੋਇਆ 12 ਮਾਹ ਹੈ, ਤੇ ਆਖਿਆ ਸੀ ਮਹਾਰਾਜ ਉਹ ਬਾਣੀ ਪੜ੍ਹਨ ਮਾਤਰ ਸੇ ਮਹਿੰਗੀ ਹੈ, ਸਮਝਣ ਸੇ ਮਹਿੰਗੀ ਹੈ। ਆਪ ਕੋਈ ਸੁਖੈਨ ਬਾਣੀ ਮਹਾਰਾਜ ਉਚਾਰੋ, ਵਿਹਾਰਾਂ ਵਿੱਚ ਕੁਸ਼ਲ ਮਨ ਨੂੰ ਵੀ ਅਰਥ ਸਮਝ ਪੈ ਜਾਣ। ਤੇ ਸਤਿਗੁਰਾਂ ਜੀ ਨੇ ਬੇਨਤੀ ਪ੍ਰਵਾਨ ਕਰਕੇ ਮੰਜੀ ਸਾਹਿਬ ਦੀਵਾਨ ਹਾਲ ਸੁੰਦਰ ਥੜਾ ਸਾਹਿਬ ਸੱਚੇ ਪਾਤਸ਼ਾਹ ਦੀ ਪਵਿੱਤਰ ਯਾਦਗਾਰ, ਉਸ ਥੜਾ ਸਾਹਿਬ ਤੇ ਬੈਠ ਕੇ ਸਤਿਗੁਰਾਂ ਜੀ ਨੇ ਮਾਝ ਰਾਗ ਦੀ 12 ਮਾਹ ਬਾਣੀ ਮਹਾਰਾਜ ਜੀ ਨੇ ਉਚਾਰਨ ਕੀਤੀ, ਜਿਸ ਵਿੱਚ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਗਿਆ ਕੀਤੀ ਕਿ ਜੇਠ ਜੁੜਨ ਦਾ ਲੋੜੀਐ ਜਿਸ ਅੱਗੇ ਸਭ ਨੇ ਮੰਨ। ਜਿਹੜਾ ਜੇਠ ਦਾ ਮਹੀਨਾ ਨਾ ਮਹਾਰਾਜ ਕਹਿੰਦੇ ਆ ਭਾਈ ਉਹਦੇ ਵਿੱਚ ਕੀ ਲੋੜੀਏ, ਕੀ ਚਾਹੀਦਾ ਹੈ। ਵਾਹਿਗੁਰੂ ਦੇ ਅੱਗੇ ਮਹਾਰਾਜ ਕਹਿੰਦੇ ਨਿਉਣਾ ਕਰੀਏ, ਜਿਹਦੇ ਅੱਗੇ ਸਾਰੇ ਹੀ ਨਿਆਉਂਦੇ ਆ, ਸਾਰੇ ਹੀ ਝੁਕਦੇ ਆ। ਵਾਹਿਗੁਰੂ ਜੀ ਦੇ ਅੱਗੇ ਝੁਕ ਜਾਈਏ, ਜਿਸ ਦੇ ਅੱਗੇ ਸਾਰੇ ਹੀ ਸਜਦੇ ਕਰਦੇ ਆ, ਨਮਸਕਾਰਾਂ ਕਰਦੀ ਆ। ਹਰ ਜੇਠ ਜੁੜਨ ਦਾ ਲੋੜੀਐ ਜਿਸ ਅੱਗੇ ਸਭ ਨਿਵੰਨ, ਹਰ ਸੱਜਣ ਦਾਵਣ ਲੱਗੇ ਆ। ਹਰੀ ਜੋ ਪਰਮੇਸ਼ਰ ਹੈ ਨਾ, ਜੋ ਲੋਕ ਪ੍ਰਲੋਕ ਦਾ ਸੱਜਣ ਹੈ, ਉਸ ਦੇ ਦਾਮਨ ਪੱਲੇ ਨਾਲ ਲੱਗਿਆ। ਵਾਹਿਗੁਰੂ ਦਾ ਪੱਲਾ ਕੀ ਹੈ? ਨਾਮ ਦਾ ਪੱਲਾ। ਸੱਚੇ ਪਾਤਸ਼ਾਹ ਜੀ ਨੇ ਸਾਨੂੰ ਮਰਿਆਦਾ ਦਾ ਪੱਲਾ ਪਕੜਾਇਆ ਹੈ।
ਮਹਾਰਾਜ ਦੇ ਅੱਗੇ ਅਰਦਾਸ ਕਰਨੀ, ਹਮ ਅੰਧਲੇ ਅੰਧ ਬਿਖੈ ਬਿਖਰਾਤੈ ਰਾਤੇ, ਕਿਉਂ ਚਾਲਹਿ ਗੁਰ ਚਾਲੀ, ਸਤਿਗੁਰ ਦਇਆ ਕਰੇ ਸੁਖ ਦਾਤਾ, ਹਮ ਲਾਵੈ ਆਪਨ ਪਾਲੀ। ਆਪਣਾ ਦਾਮਨ ਆਪਣਾ ਪੱਲਾ, ਤੇ ਜਦੋਂ ਹਰ ਸੱਜਣ ਦਾਮਨ ਲੱਗਿਆ ਕਿਸੇ ਨਾ ਦੇਈ ਬੰਨ। ਮਹਾਰਾਜ ਕਿਸੇ ਨੂੰ ਫਿਰ ਜਿਹੜਾ ਨਾ ਬੰਨ ਕੇ ਜਮਾ ਅੱਗੇ ਨਹੀਂ ਦਿੰਦੇ, ਬੰਨ ਕੇ ਦੁੱਖਾਂ ਅੱਗੇ ਨਹੀਂ ਸਿੱਟਦੇ, ਕਰਮਾਂ ਅੱਗੇ ਨਹੀਂ ਸਿੱਟਦੇ, ਮਹਾਰਾਜ ਆਪਣਾ ਬਣਾ ਲੈਂਦੇ ਆ। ਹਰ ਸੱਜਣ ਦਾਮਨ ਲੱਗਿਆ ਕਿਸੇ ਨਾ ਦੇਈ ਬੰਨ। ਕਿਸੇ ਨੂੰ ਮਹਾਰਾਜ ਸੱਚੇ ਪਾਤਸ਼ਾਹ ਫਿਰ ਬੰਨ ਕੇ ਪਕੜਾਉਂਦੇ ਨਹੀਂ, ਉਹਨੂੰ ਆਜ਼ਾਦ ਹੀ ਕਰ ਦਿੰਦੇ ਆ। ਕਰਮਾਂ ਦੀ ਫਾਹੀ ਤੋਂ ਵੀ ਉਹ ਆਜ਼ਾਦ ਹੋ ਜਾਂਦੇ। ਇਉਂ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਇਹ ਮਾਝ ਰਾਗ ਦੇ ਅੰਦਰ ਮਹਾਰਾਜ ਜੀ ਨੇ ਜੇਠ ਦੇ ਮਹੀਨੇ ਦਾ ਉਪਦੇਸ਼ ਸਤਿਗੁਰਾਂ ਜੀ ਨੇ ਬਖਸ਼ਿਸ਼ ਕੀਤਾ। ਤੇ ਸਿੰਘਾਂ ਦੀ ਇੱਛਾ ਸੀ ਕਿ ਤੁਖਾਰੀ ਰਾਗ ਦੇ ਵਿੱਚ ਜੋ ਸਤਿਗੁਰੂ ਜੀ ਨੇ ਜੇਠ ਦੇ ਮਹੀਨੇ ਦਾ ਜਿਹੜਾ ਹੈ ਉਪਦੇਸ਼ ਬਖਸ਼ਿਸ਼ ਕੀਤਾ, ਉਹ ਜਿਹੜਾ ਹੈ ਉਹ ਸੰਗਤਾਂ ਨੂੰ ਆਪ ਸਰਣ ਕਰਾਓ। ਸਤਿਗੁਰੂ ਜੀ ਮਿਹਰ ਕਰਨ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦਾ ਇਹ ਅੰਮ੍ਰਿਤ ਪਵਿੱਤਰ ਉਪਦੇਸ਼ ਆਓ ਪਿਆਰ ਸ਼ਰਧਾ ਨਾਲ ਸਰਵਣ ਕਰੀਏ। ਸੱਚੇ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਦਾ ਧਿਆਨ ਕਰਦੇ ਹੋਏ ਆਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮਾਹ ਜੇਠ ਭਲਾ ਪ੍ਰੀਤਮ ਕਿਉ ਬਿਸਰੈ। ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰਦੇ ਹੈ। ਇਹ ਜੋ ਸੰਗਰਾਂਦ ਸ਼ਬਦ ਹੈ ਇਹ ਸੰਕਰਾਂਤ ਤੋਂ ਬਦਲ ਕੇ ਬਣਿਆ ਹੈ। ਸੂਰਜ ਦਾ ਰੱਥ ਜਦੋਂ ਇੱਕ ਰਾਸ ਵਿੱਚੋਂ ਨਿਕਲ ਕੇ ਦੂਸਰੀ ਰਾਸ ਵਿੱਚ ਪ੍ਰਵੇਸ਼ ਕਰਦਾ ਹੈ, ਉਸ ਤਬਦੀਲੀ ਨੂੰ ਸੰਗਰਾਂਦ ਕਿਹਾ ਜਾਂਦਾ ਹੈ। ਇਹ ਸੂਰਜ ਦੇ ਨਿਯਮਾਂ ਨਾਲ ਜਿਹੜੀਆਂ 12 ਰਾਸਾਂ ਨੇ, ਭਾਵ 12 ਮਹੀਨੇ ਹਨ, ਇਹ ਸੂਰਜ ਦੇ ਨਿਯਮ ਨਾਲ ਚੱਲਦੇ ਹੈ। ਸੱਚੇ ਪਾਤਸ਼ਾਹ ਜੀ ਨੇ ਜਿੱਥੇ 12 ਮਹੀਨਿਆਂ ਦੁਆਰਾ ਉਪਦੇਸ਼ ਦਿੱਤਾ ਹੈ, ਮਹਾਰਾਜ ਜੀ ਨੇ ਥਿੱਤਾਂ ਦੁਆਰਾ, ਵਾਰਾਂ ਦੁਆਰਾ ਇਹ ਸੱਚੇ ਪਾਤਸ਼ਾਹ ਜੀ ਨੇ ਆਪਣੀ ਬਾਣੀ ਦੇ ਅੰਦਰ ਹਜੂਰ ਨੇ ਉਪਦੇਸ਼ ਜਿਹੜਾ ਹੈ ਉਹ ਬਖਸ਼ਿਸ਼ ਕੀਤਾ ਹੈ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਜੇਠ ਦੇ ਮਹੀਨੇ ਦਾ ਹਜੂਰ ਤੁਖਾਰੀ ਰਾਗ ਦੇ ਅੰਦਰ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਬਿਰਹੋ ਦਾ ਮਹਾਰਾਜ ਨਿਰੂਪਣ ਕਰਦੇ ਹੋਏ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹੈ। ਬਿਰਹਾ ਦੀ ਅਵਸਥਾ ਜਿਹੜੀ ਪ੍ਰੇਮ ਦੀ ਹਾਲਤ, ਉਹ ਤਾਂ ਇੱਕ ਪ੍ਰੇਮੀ ਹੀ ਜਾਣਦਾ ਹੈ। ਜਿਹੜਾ ਹੈ ਮਹਾਰਾਜ ਨੇ ਕਿਹਾ ਨਾ ਸਹਿ ਕੀ ਸਾਰ ਸੁਹਾਗਣ ਜਾਣੈ। ਜਿਹੜੀ ਸੁਹਾਗਣ ਹੈ ਨਾ ਉਹ ਹੀ ਆਪਣੇ ਸਹਿਪਤੀ ਦੀ ਸਾਰ ਜਾਣਦੀ ਹੈ। ਜਿਹਨੂੰ ਪਿਆਰ ਲੱਗ ਜਾਂਦਾ ਏ, ਵਾਹਿਗੁਰੂ ਦੇ ਵਿੱਚ ਚਿੱਤ ਭਿੱਜ ਜਾਂਦਾ ਏ, ਉਸ ਦੀ ਅਵਸਥਾ ਨੂੰ, ਉਸ ਦੇ ਆਨੰਦ ਨੂੰ, ਉਸ ਦੇ ਸੁੱਖ ਨੂੰ ਕੋਈ ਦੂਸਰਾ ਬਿਆਨ ਨਹੀਂ ਕਰ ਸਕਦਾ। ਸੱਚੇ ਪਾਤਸ਼ਾਹ ਜੀ ਮਹਾਰਾਜ ਜੇਠ ਦੇ ਮਹੀਨੇ ਦੁਆਰਾ ਮਹਾਰਾਜ ਜੀ ਸਿੱਖਿਆ ਦਿੰਦੇ ਬਖਸ਼ਿਸ਼ ਕਰਦੇ ਆ। ਵਿਸ਼ਰਾਮ ਤੱਕ ਪੜੋ। ਮਾਹ ਜੇਠ ਭਲਾ। ਹਜੂਰ ਫਰਮਾਉਂਦੇ ਆ ਮਾਹ ਹਾਹੇ ਨੂੰ ਔਂਕੜ ਸਹਿਤ ਮਾਹ ਜੇਠ ਭਲਾ। ਜਿਹੜਾ ਜੇਠ ਦਾ ਮਾਹੋ ਮਹੀਨਾ ਮਹਾਰਾਜ ਕਹਿੰਦੇ ਬੜਾ ਭਲਾ ਏ, ਬੜਾ ਚੰਗਾ ਏ। ਪ੍ਰੀਤਮ ਕਿਉ ਬਿਸਰੈ। ਇੰਨਾ ਭਲਾ ਚੰਗਾ ਮਹੀਨਾ ਤਾਂ ਮਹਾਰਾਜ ਕਹਿੰਦੇ ਫਿਰ ਵਾਹਿਗੁਰੂ ਕਿਉਂ ਭੁੱਲ ਜਾਵੇ। ਵਾਹਿਗੁਰੂ ਨਹੀਂ ਭੁੱਲਣਾ ਚਾਹੀਦਾ। ਸੱਚੇ ਪਾਤਸ਼ਾਹ ਜੀ ਇਸ ਗ੍ਰੀਖਮ ਰੁੱਤ ਦਾ ਮਹਾਰਾਜ ਅਲੰਕਾਰ ਬੰਨ੍ਹਦੇ ਹੈ। ਇਹ ਗਰਮੀ ਦੀ ਰੁੱਤ ਦਾ ਦੇਸ਼ ਦੀ ਧਰਤੀ ਤੇ ਆਗਾਜ਼ ਹੋ ਜਾਂਦਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਜੇਠ ਦੇ ਮਹੀਨੇ ਨੂੰ ਕਹਿੰਦੇ ਆ ਬੜਾ ਭਲਾ ਏ, ਬੜਾ ਚੰਗਾ ਏ। ਵਾਹਿਗੁਰੂ ਦਾ ਨਾਮ ਕਿਉਂ ਭੁੱਲ ਜਾਵੇ, ਨਹੀਂ ਭੁੱਲਣਾ ਚਾਹੀਦਾ। ਅਥਵਾ ਹਜੂਰ ਫਰਮਾਉਂਦੇ ਆ ਮਾਹੋ ਜੇਠ ਭਲਾ। ਇਹ ਜੇਠ ਦਾ ਮਹੀਨਾ ਕੀ ਹੈ?
ਮਨੁੱਖਾ ਜਨਮ ਹੀ ਜੇਠ ਦਾ ਮਹੀਨਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਆ ਮਨੁੱਖਾ ਜਨਮ ਰੂਪੀ ਜੇਠ ਦਾ ਜੋ ਮਹੀਨਾ ਹੈ, ਹਜੂਰ ਫਰਮਾਉਂਦੇ ਆ ਮਾਹੁ ਜੇਠ ਭਲਾ। ਹਜੂਰ ਕਹਿੰਦੇ ਆ ਜਿਹੜਾ ਮਨੁੱਖਾ ਜਨਮ ਰੂਪੀ ਜੇਠ ਦਾ ਮਹੀਨਾ ਹੈ, ਇਹ ਬੜਾ ਭਲਾ ਹੈ, ਬੜਾ ਚੰਗਾ ਹੈ, ਕਿਉਂਕਿ 84 ਲੱਖ ਜੂਨ ਭੋਗਣ ਤੋਂ ਬਾਅਦ ਮਨੁੱਖਾ ਜਨਮ ਪ੍ਰਾਪਤ ਹੋਇਆ ਹੈ। ਇਸ ਕਰਕੇ ਮਹਾਰਾਜ ਫਰਮਾਉਂਦੇ ਆ ਇਹ ਮਨੁੱਖਾ ਜਨਮ ਰੂਪੀ ਜੇਠ ਦਾ ਮਹੀਨਾ ਬੜਾ ਭਲਾ ਏ, ਬੜਾ ਚੰਗਾ ਏ। ਪ੍ਰੀਤਮ ਕਿਉ ਬਿਸਰੈ। ਇਸ ਮਨੁੱਖਾ ਜਨਮ ਰੂਪੀ ਜੇਠ ਦੇ ਮਹੀਨੇ ਵਿੱਚ ਵਾਹਿਗੁਰੂ ਕਿਉਂ ਭੁੱਲ ਜਾਵੇ? ਨਹੀਂ ਭੁੱਲਣਾ ਚਾਹੀਦਾ। ਵਾਹਿਗੁਰੂ ਦੇ ਨਾਮ ਨੂੰ ਮਹਾਰਾਜ ਕਹਿੰਦੇ ਭਾਈ ਭੁਲਾਉਣਾ ਨਹੀਂ ਚਾਹੀਦਾ, ਕਿਉਂਕਿ ਇਹ ਮਨੁੱਖਾ ਜਨਮ ਪ੍ਰਾਪਤੀ ਇਸੇ ਕਰਕੇ ਹੋਇਆ ਹੈ। ਇਸ ਕਰਕੇ ਪ੍ਰੀਤਮ ਕਿਉਂ ਬਿਸਰੈ, ਜਿਹੜਾ ਪ੍ਰੀਤਮ ਪਰਮ ਪ੍ਰੇਮ ਦਾ ਆਸਪਦ ਵਾਹਿਗੁਰੂ ਹੈ, ਉਹ ਕਿਉਂ ਭੁੱਲ ਜਾਵੇ? ਵਾਹਿਗੁਰੂ ਨਹੀਂ ਭੁੱਲਣਾ ਚਾਹੀਦਾ। ਸੱਚੇ ਪਾਤਸ਼ਾਹ ਕਹਿੰਦੇ ਅਰਦਾਸ ਕਰਨੀ ਚਾਹੀਦੀ ਹੈ, ਬੇਬਲਤਾ ਨਾਲ ਵਿਸਰਨਾ ਹੀ ਦਾਤਾਰ, ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ, ਨਾਨਕ ਚਾਹੋ ਇਹੋ। ਕਿਉਂ ਉਹ ਵਾਹਿਗੁਰੂ ਭੁੱਲ ਜਾਵੇ ਇਸ ਮਨੁੱਖਾ ਜਨਮ ਰੂਪੀ ਜੇਠ ਦੇ ਮਹੀਨੇ ਵਿੱਚ? ਥਲ ਤਾਪੇ ਸਰ ਭਾਰ। ਹਜੂਰ ਉਹ ਅਲੰਕਾਰ ਬੰਨ ਕੇ ਮਹਾਰਾਜ ਹੁਣ ਸ਼ੈਨਤ ਨਾਲ ਦੱਸਦੇ ਐ ਥਲ ਤਾਪੈ ਸਰ ਭਾਰ। ਜਿਹੜੇ ਮਾਰੂ ਥਲ ਹਨ ਨਾ, ਉਹ ਫਿਰ ਜਦੋਂ ਸੂਰਜ ਪੈਂਦਾ ਨਾ ਉਹ ਤਪਦੇ ਐ। ਕਿਸ ਤਰ੍ਹਾਂ? ਸਰ ਭਾਰ, ਭਾਰ ਭੱਠ ਦੇ ਸਰ ਸਦਰਸ਼ ਭੱਠ ਵਾਂਗੂ ਤਪਣ ਲੱਗ ਪੈਂਦੇ ਆ ਮਾਰੂ ਥਲ ਜਿਹੜੇ ਐ ਜਦੋਂ ਸੂਰਜ ਪੈਂਦਾ ਏ। ਸਾ ਧਨ ਬਿਨੋ ਕਰੈ। ਉਸ ਸਮੇਂ ਜਿਹੜੀ ਧਨ ਇਹ ਜਗਿਆਸੂ ਜੀਵ ਰੂਪੀ ਇਸਤਰੀ ਹੈ, ਫਿਰ ਬੇਨਤੀ ਕਰਦੀ ਹੈ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਉਹ ਤਪਸ਼ ਕਿਹੜੀ ਪੈਂਦੀ ਹੈ? ਹਜੂਰ ਫਰਮਾਉਂਦੇ ਆ ਥਲ ਤਾਪੇ ਸਰ ਭਾਰ। ਅੰਤఃਕਰਨ ਰੂਪੀ ਥਲ ਥਾਂ ਦੇ ਉੱਤੇ ਕੀ ਹੁੰਦਾ ਹੈ? ਵਿਛੋੜੇ ਦੀ ਮਹਾਰਾਜ ਕਹਿੰਦੇ ਭਾਈ ਜਿਹੜੀ ਅਗਨੀ ਹੈ ਨਾ ਉਹ ਬਲ ਪੈਂਦੀ ਹੈ। ਵਿਛੋੜੇ ਵਿੱਚ ਚਿੱਤ ਜਿਹੜਾ ਹੈ ਉਹ ਤੜਫ ਪੈਂਦਾ ਹੈ, ਤੇ ਭੱਠ ਵਾਂਗੂ ਫਿਰ ਜਿਹੜਾ ਹੈ ਨਾ ਉਹ ਮਹਾਰਾਜ ਕਹਿੰਦੇ ਹਿਰਦਾ ਜਿਹੜਾ ਨਾ ਵਿਛੋੜੇ ਦੀ ਅਗਨੀ ਦੇ ਅੰਦਰ ਬਲਣ ਲੱਗ ਪੈਂਦਾ। ਜਿਸ ਅਗਨੀ ਦੇ ਅੰਦਰ ਸਾਰੇ ਪਾਪ ਔਗਣ ਜਿਹੜੇ ਆ ਜਲ ਕੇ ਨਸ਼ਟ ਹੋ ਜਾਂਦੇ ਆ, ਐਸੀ ਇਹ ਗਿਆਨ ਦੀ ਪ੍ਰਚੰਡ ਅਗਨੀ ਮਹਾਰਾਜ ਕਹਿੰਦੇ ਬਲ ਪੈਂਦੀ ਹੈ। ਅੰਤঃਕਰਨ ਦੇ ਅੰਦਰ ਫਿਰ ਵਿਛੋੜੇ ਦਾ ਜਿਹੜਾ ਨਾ ਛੇਕ ਮਹਾਰਾਜ ਕਹਿੰਦੇ ਭਾਈ ਪੈਂਦਾ ਏ। ਸਾ ਧਨ ਬਿਨੋ ਕਰੈ। ਐਸੇ ਵਿਛੋੜੇ ਦੇ ਵਿੱਚ ਬੇਬਲ ਹੋਈ ਉਹ ਜਿਹਨੂੰ ਵਿਛੋੜਾ ਲੱਗ ਗਿਆ ਹੈ, ਜਿਹਦੀ ਬਾਬਤ ਆਖਿਆ ਨਾ ਫਰੀਦ ਜੀ ਨੇ ਬਿਰਹੋ ਬਿਰਹਾ ਆਖੀਆ ਬਿਰਹਾ ਤੂੰ ਸੁਲਤਾਨ। ਫਰੀਦਾ ਜਿਤ ਤਨ ਬਿਰਹੋ ਨਾ ਉਪਜੈ ਸੋ ਤਨ ਜਾਣ ਮਸਾਨ। ਉਹ ਬਿਰਹਾ ਜਿਹਦੇ ਅੰਦਰ ਲੱਗ ਜਾਂਦਾ ਨਾ, ਤੇ ਮਹਾਰਾਜ ਨੇ ਕਿਹਾ ਉਹ ਧਨ ਤੋਂ ਭਾਵ ਹੈ ਇਸਤਰੀ। ਇਸਤਰੀ ਕੌਣ ਹੈ? ਜਿਹਦੇ ਅੰਦਰ ਜਗਿਆਸਾ ਜਾਗੀ ਹੈ, ਜਿਹਦੇ ਅੰਦਰ ਪਿਆਰ ਜਾਗ ਪਿਆ, ਉਹ ਫਿਰ ਬੇਨਤੀਆਂ ਕਰਨ ਲੱਗ ਜਾਂਦੇ ਆ ਵਾਹਿਗੁਰੂ ਦੇ ਅੱਗੇ। ਵਾਹਿਗੁਰੂ ਨੂੰ ਜੋਦੜੀਆਂ ਕਰਦੇ ਆ ਕਿ ਮਹਾਰਾਜ ਕਦੋਂ ਉਹ ਸਮਾਂ ਆਵੇਗਾ, ਕਦੋਂ ਘੜੀ ਸੁਲੱਖਣੀ ਆਵੇਗੀ, ਜਦੋਂ ਮਹਾਰਾਜ ਮੇਰਾ ਅੰਤঃਕਰਨ ਰੂਪੀ ਮਾਰੂ ਥਲ ਆਪ ਦੇ ਦਰਸ਼ਨਾਂ ਰੂਪੀ ਬੱਦਲ ਨਾਲ ਸ਼ਾਂਤ ਹੋ ਜਾਵੇਗਾ। ਕਿਉਂਕਿ ਜਦੋਂ ਬੱਦਲ ਪੈਂਦੇ ਆ ਨਾ ਗਰੀਖਮ ਰੁੱਤ ਨਾਲ, ਸੂਰਜ ਜਦੋਂ ਆਪਣੀ ਤਪਸ਼ ਪਾਉਂਦਾ ਹੈ ਤੇ ਮਾਰੂ ਥਲ ਤਪ ਉੱਠਦੇ ਆ ਬਹੁਤ ਜ਼ਿਆਦਾ, ਬੜਾ ਪੈਰ ਵੀ ਨਹੀਂ ਧਰਿਆ ਜਾਂਦਾ ਉਸ ਸਮੇਂ ਰੇਤ ਦੇ ਉੱਤੇ। ਤੇ ਫਿਰ ਜਦੋਂ ਬਰਖਾ ਹੁੰਦੀ ਹੈ, ਬਰਖਾ ਦੇ ਪੈਣ ਨਾਲ ਫਿਰ ਮਾਰੂ ਥਲ ਠਰਦੇ ਆ। ਇਹ ਸਤਿਗੁਰੂ ਜੀ ਪ੍ਰਮਾਣ ਧਰ ਕੇ ਕਹਿੰਦੇ ਆ ਕਿ ਜਿਨ੍ਹਾਂ ਦੇ ਅੰਦਰ ਫਿਰ ਗਿਆਨ ਦਾ ਸੂਰਜ ਪ੍ਰਚੰਡ ਹੁੰਦਾ ਹੈ, ਹਿਰਦਾ ਰੂਪੀ ਮਾਰੂ ਥਲ ਜਿਹੜਾ ਨਾ ਫਿਰ ਉਸ ਸਮੇਂ ਵਿਛੋੜੇ ਦੇ ਤੜਪ ਨਾਲ ਇਹ ਗਿਆਨ ਦੀ ਅਗਨੀ ਪ੍ਰਚੰਡ ਹੋ ਜਾਂਦੀ ਹੈ, ਜਿਹਦੇ ਵਿੱਚ ਸਾਰੇ ਔਗਣ ਪਾਪ ਜਲ ਜਾਂਦੇ ਆ। ਸਤਿਗੁਰੂ ਜੀ ਕਹਿੰਦੇ ਆ ਉਸ ਸਮੇਂ ਫਿਰ ਜਿਹੜਾ ਜਗਿਆਸਾ ਤੇ ਪਿਆਰ ਵਿੱਚ ਜੁੜਿਆ ਹੋਇਆ ਹਿਰਦਾ, ਉਹ ਜੀਵ ਅਰਦਾਸ ਕਰਦਾ, ਉਹ ਗੁਰਮੁਖ ਦੇ ਦਿਲੋਂ ਅਰਦਾਸ ਨਿਕਲਦੀ ਹੈ, ਮਹਾਰਾਜ ਕਦੋਂ ਆਪ ਦੇ ਬੱਦਲ ਰੂਪ ਦਰਸ਼ਨ ਹੋਣਗੇ।
ਕਦੋਂ ਮਹਾਰਾਜ ਆਪ ਆਪਣੇ ਨਾਮ ਅੰਮ੍ਰਿਤ ਦੀ ਬਰਖਾ ਕਰਕੇ ਤੇ ਮੇਰੇ ਹਿਰਦੇ ਰੂਪੀ ਅੰਤःਕਰਨ ਨੂੰ ਮਹਾਰਾਜ ਆਪ ਕਿਰਪਾ ਕਰਕੇ ਠਾਰ ਦਿਓਗੇ। ਦਰਸ਼ਨ ਵੇਖਣ ਦੀ ਸਿੱਕ ਲੱਗ ਜਾਂਦੀ ਹੈ। ਵਾਹਿਗੁਰੂ ਜੀ ਦੇ ਉਹਨਾਂ ਦਰਸ਼ਨਾਂ ਨੂੰ ਜਦੋਂ ਇੰਨੀ ਤੀਬਰਤਾ ਦੇ ਨਾਲ ਮਨ ਚਾਹੁਣ ਲੱਗ ਜਾਂਦਾ ਹੈ ਤਾਂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਆ ਐਸਾ ਉਹਨਾਂ ਦੇ ਅੰਦਰ ਵਰਤਾਰਾ ਵਰਤਦਾ ਬਿਰਹੋ ਦਾ। ਹਜੂਰ ਕਹਿੰਦੇ ਫਿਰ ਇਉਂ ਜੋਦੜੀਆਂ ਬੇਨਤੀਆਂ ਕਰਦੇ ਹੋਏ ਆਪਣੇ ਜੀਵਨ ਦੇ ਅੰਦਰ ਵਾਹਿਗੁਰੂ ਨੂੰ ਸਵਾਸ ਸਵਾਸ ਸੰਭਾਲਦੇ ਹੋਏ ਇਉਂ ਬੇਨਤੀਆਂ ਕਰਦੇ ਆ। ਧਨ ਬਿਨੋ ਕਰੇ ਦੀ ਗੁਣ ਸਾਰੇ ਦੀ। ਧਨ ਬਿਨੋ ਕਰੇ ਦੀ ਉਹ ਜੀਵ ਰੂਪੀ ਇਸਤਰੀ ਫਿਰ ਬੇਨਤੀਆਂ ਕਰਦੀ ਹੈ, ਬਾਰ-ਬਾਰ ਬੇਨਤੀਆਂ ਕਰਦੀ ਹੈ ਵਾਹਿਗੁਰੂ ਜੀ ਦੇ ਚਰਨਾਂ 'ਚ। ਮਨ ਅਰਜ਼ੋਈਆਂ ਕਰਦਾ ਹੈ, ਹੇ ਵਾਹਿਗੁਰੂ ਕਦੋਂ ਸਾਖਿਆਤ ਹੋਵੋਗੇ। ਜਿੱਦਾਂ ਬਾਬਾ ਫਰੀਦ ਸਾਹਿਬ ਜੀ ਨੇ ਕਿੰਨੀਆਂ ਜੋਦੜੀਆਂ ਕੀਤੀਆਂ, ਕਿੰਨੀਆਂ ਬੇਨਤੀਆਂ ਕੀਤੀਆਂ। ਫਰੀਦਾ ਤਨ ਸੁੱਕਾ ਪਿੰਜਰ ਥੀਆ, ਤਲੀਆਂ ਖੂਡੈ ਕਾਗ, ਅਜਹ ਸ ਰੱਬ ਨਾ ਬਵੜਿਓ, ਦੇਖ ਬੰਦੇ ਕੇ ਭਾਗ। ਕਿੰਨਾ ਬਰਾਗ ਹੈ ਬਾਬਾ ਫਰੀਦ ਸਾਹਿਬ ਦੇ ਅੰਦਰ, ਕਿੰਨੀ ਤੜਪ ਵੈ। ਫਿਰ ਕਹਿੰਦੇ ਨੇ ਕਾਗਾ ਕਰੰਗ ਢੰਡੋਲਿਆ, ਸਗਲਾ ਖਾਇਆ ਮਾਸ। ਬਾਬਾ ਫਰੀਦ ਸਾਹਿਬ ਦੇ ਪਿਆਰ ਦੀ ਅਵਸਥਾ ਜਦੋਂ ਆਪ ਦੇ ਜੀਵਨ ਵਿੱਚ ਜ਼ਿਕਰ ਆਉਂਦਾ ਹੈ ਕਿ ਤਪ ਕਰਦਿਆਂ ਬਾਬਾ ਫਰੀਦ ਸਾਹਿਬ ਜੀ ਦਾ ਬੰਦਗੀ ਕਰਦਿਆਂ ਸਾਰਾ ਸਰੀਰ ਵੀ ਕਮਜ਼ੋਰ ਪੈ ਗਿਆ ਤੇ ਤਪ ਦੇ ਜ਼ੋਰ ਨਾਲ ਕਾਲਾ ਹੋ ਗਿਆ ਸੀ ਰੰਗ ਸਾਰਾ, ਤੇ ਬਿਰਧ ਅਵਸਥਾ ਵਿੱਚ ਲੰਮੇ ਪਏ ਹੋਏ ਆ। ਕਾਵਾਂ ਨੇ ਜਿਹੜਾ ਨਾ ਉਹ ਕੰਗਾਰ ਜਾਣ ਕਰਕੇ ਕਿ ਕੋਈ ਮੁਰਦਾ ਹੈ ਤੇ ਆ ਕੇ ਬਾਬਾ ਫਰੀਦ ਸਾਹਿਬ ਦੇ ਸਰੀਰ ਤੇ ਠੁੰਗੇ ਮਾਰਨੇ ਸ਼ੁਰੂ ਕਰ ਦਿੱਤੇ। ਧਨ ਬਿਨੋ ਕਰੇਂਦੀ ਗੁਣ ਸਾਰੇਂਦੀ। ਵਾਹਿਗੁਰੂ ਦੇ ਗੁਣਾਂ ਨੂੰ ਸਾਰਦੇ ਆ, ਸੰਭਾਲਦੇ ਆ ਆਪਣੇ ਅੰਦਰ। ਵਾਹਿਗੁਰੂ ਜੀ ਦੇ ਗੁਣ ਜਿਹੜੇ ਆ ਨਾ, ਜਿਸ ਗੁਣਾਂ ਨਾਲ ਵਾਹਿਗੁਰੂ ਜੀ ਮਿਲਦੇ ਆ, ਸਤ ਸੰਤੋਖ ਦਇਆ ਧਰਮ, ਇਹ ਸਭ ਗੁਣਾਂ ਨੂੰ ਆਪਣੇ ਅੰਦਰ ਸੰਭਾਲਦੇ ਹੋਏ ਬੇਨਤੀਆਂ ਹੀ ਕਰੀ ਜਾਂਦੇ ਆ, ਅਰਜ਼ੋਈਆਂ ਹੀ ਕਰੀ ਜਾਂਦੇ ਆ ਵਾਹਿਗੁਰੂ ਦੇ ਅੱਗੇ। ਮਹਾਰਾਜ ਕਦੋਂ ਉਹ ਘੜੀ ਜਿਹੜੀ ਆ ਸੁਲੱਖਣੀ ਆਵੇਗੀ, ਜਦੋਂ ਆਪ ਜੀ ਦੇ ਮਹਾਰਾਜ ਦਰਸ਼ਨ ਹੋਣਗੇ। ਇਉਂ ਬਾਬਾ ਫਰੀਦ ਸਾਹਿਬ ਜੀ ਦੀ ਇਹ ਪ੍ਰੀਤ ਦੀ ਅਵਸਥਾ ਤੇ ਸਾਰਾ ਜਿਹੜਾ ਸਰੀਰ ਸੀ ਉਹ ਕਾਵਾਂ ਨੇ ਠੁੰਗੇ ਮਾਰ ਕੇ ਤੇ ਸਮੇਂ ਜਿਹੜਾ ਸੀ ਉਥੋਂ ਜਿਹੜਾ ਪਿੰਜਰੇ ਨੂੰ ਜਿਹੜਾ ਕਸ਼ਟ ਦਿੱਤਾ, ਸਰੀਰ ਨੂੰ ਕਸ਼ਟ ਦਿੱਤਾ। ਕਾਗਾ ਕਰੰਗ ਢੰਡੋਲਿਆ, ਸਗਲਾ ਖਾਇਆ ਮਾਸ, ਤੇ ਉਸ ਤੋਂ ਮਾਸ ਖਾਂਦੇ ਆ, ਠੁੰਗੇ ਮਾਰਦੇ ਆ। ਫਿਰ ਕਹਿੰਦੇ ਇੱਕ ਕਾਂ ਉੱਡ ਕੇ ਨਾ ਫਰੀਦ ਜੀ ਦੇ ਅੱਖਾਂ ਵਿੱਚ ਆ ਕਰਕੇ ਉਸਨੇ ਠੁੰਗਾ ਮਾਰਿਆ, ਤੇ ਉਸ ਕਾਂ ਨੂੰ ਸੰਬੋਧਨ ਹੋ ਕਰਕੇ ਕਹਿੰਦੇ ਨੇ ਕਿ ਹੇ ਕਾਂ, ਕਾਗਾ ਕਰੰਗ ਢੰਡੋਲਿਆ, ਤੂੰ ਮੇਰਾ ਸਾਰਾ ਸਰੀਰ ਢੰਡੋਲਿਆ ਹੈ, ਸਗਲਾ ਖਾਇਆ ਮਾਸ। ਤੇ ਪਰ ਕਹਿੰਦੇ ਨੇ ਇਹ ਦੋਏ ਨੈਣਾ ਮਤ ਛੋਹ, ਇਹ ਮੇਰੇ ਦੋ ਅੱਖਾਂ ਜਿਹੜੀਆਂ ਇਹਨਾਂ ਤੇ ਠੁੰਗਾ ਨਾ ਮਾਰੀ। ਤੇ ਫਰੀਦ ਜੀ ਸਦੋਂ ਸਰੀਰ ਤੇ ਠੁੰਗੇ ਮਾਰ ਲਏ ਤੇ ਅੱਖਾਂ ਤੇ ਠੁੰਗਾ ਮਾਰ ਲੇਗਾ, ਫਿਰ ਕੀ ਚੱਲਿਆ। ਕਹਿੰਦੇ ਨੇ ਫਿਰ ਦੇਖਣ ਕੀ ਆਸ, ਅਜੇ ਮੇਰੇ ਮਨ ਦੇ ਅੰਦਰ ਆਸ ਹੈ ਉਸ ਅੱਲਾ ਨੂੰ ਵੇਖਣ ਦੀ, ਵਾਹਿਗੁਰੂ ਦਾ ਦੀਦਾਰ ਕਰਨ ਦੀ। ਇਹ ਹੈ ਮਨ ਦਾ ਪਿਆਰ, ਇਹ ਹੈ ਬਿਰਹੋ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਆ ਐਸੀ ਉਹ ਜਗਿਆਸਾ ਜਿਨ੍ਹਾਂ ਦੇ ਅੰਦਰ ਤੀਬਰ ਲੱਗ ਜਾਂਦੀ ਹੈ, ਧਨ ਬਿਨੋ ਕਰੇਂਦੀ। ਬੇਨਤੀਆਂ ਹੀ ਕਰੀ ਜਾਂਦੇ ਆ ਵਾਹਿਗੁਰੂ ਦੇ ਅੱਗੇ, ਗੁਣ ਸਾਰੇਂਦੀ। ਵਾਹਿਗੁਰੂ ਦੇ ਮਿਲਾਪ ਵਾਲੇ ਗੁਣਾਂ ਨੂੰ ਉਹ ਸੰਭਾਲਦੇ ਆ, ਆਪਣੇ ਹਿਰਦੇ ਅੰਦਰ ਧਾਰਨ ਕਰਦੇ ਆ। ਗੁਣ ਸਾਰੀ ਪ੍ਰਭ ਭਾਵਾ। ਕਿਉਂਕਿ ਉਹਨਾਂ ਨੂੰ ਪਤਾ ਹੈ ਜਿੰਨੇ ਹੀ ਗੁਣਾਂ ਨੂੰ ਅਸੀਂ ਸਾਰਾਂਗੇ, ਭਾਵ ਸੰਭਾਲਾਂਗੇ, ਵਾਹਿਗੁਰੂ ਨੂੰ ਭਾ ਜਾਵਾਂਗੇ। ਭਾਵੇਂ ਕਿ ਉਹਨਾਂ ਨੂੰ ਇਸ ਗੱਲ ਦਾ ਇਲਮ ਹੈ ਵਾਹਿਗੁਰੂ ਜੀ ਦੀ ਕਿਰਪਾ ਨਾਲ ਕਿ ਵਾਹਿਗੁਰੂ ਗੁਣ ਔਗਣ ਨਹੀਂ ਵੇਖਦੇ, ਪਰ ਫਿਰ ਵੀ ਗੁਣਾਂ ਦਾ ਮਾਣ ਉਹਨਾਂ ਦੇ ਅੰਦਰੋਂ ਚਲੇ ਜਾਂਦਾ ਜਦੋਂ ਗੁਣਾਂ ਨੂੰ ਸੰਭਾਲਦੇ। ਸਭ ਤੋਂ ਵੱਡਾ ਗੁਣ ਕੀ ਹੈ? ਜਦੋਂ ਸਾਰੀਆਂ ਦਾਤਾਂ ਪ੍ਰਾਪਤ ਹੋ ਜਾਣੀਆਂ ਤਾਂ ਉਹਦੀ ਹਉਮੈ ਨਾ ਫੁਰਨੀ, ਸਾਰੇ ਗੁਣ ਪ੍ਰਾਪਤ ਹੋ ਜਾਣੇ, ਐਡੀ ਪ੍ਰੀਤ ਦੇ ਜਿਹੜੇ ਆ ਪ੍ਰਸਾਦ ਨੂੰ ਪਾ ਕਰਕੇ ਨਿਹਾਲ ਹੋਣਾ, ਤਾਂ ਵੀ ਉਸ ਅਵਸਥਾ ਦਾ ਮਾਣ ਨਾ ਫੁਰਨਾ, ਅੰਦਰ ਨਿਮਰਤਾ ਬਣੀ ਰਹਿਣੀ। ਕਿਉਂਕਿ ਉਹਨਾਂ ਨੂੰ ਇਸ ਗੱਲ ਦਾ ਪਤਾ ਗੁਣ ਸਾਰੀ ਪ੍ਰਭ ਭਾਵਾਂ,
ਕਿ ਜੇ ਮੈਂ ਗੁਣਾਂ ਨੂੰ ਸੰਭਾਲਾਂਗੀ, ਗੁਣ ਧਾਰਨ ਕਰਾਂਗੀ, ਜਿਵੇਂ ਗੁਣਵੰਤੀ ਇਸਤਰੀ ਪਤੀ ਨੂੰ ਭਾਉਂਦੀ ਹੈ ਨਾ, ਇਸ ਤਰ੍ਹਾਂ ਉਹ ਸਮਝਦੇ ਆ ਕਿ ਵਾਹਿਗੁਰੂ ਨੂੰ ਭਾ ਜਾਵਾਂਗੇ। ਮਹਾਰਾਜ ਤੇਰੀ ਪ੍ਰਾਪਤੀ ਲਈ ਅਸੀਂ ਇਹ ਯਤਨ ਕਰਦੇ ਹਾਂ। ਇਹ ਗੁਣ ਵੀ ਦਿੱਤੇ ਹੋਏ ਮਹਾਰਾਜ ਆਪ ਜੀ ਦੇ ਹੀ ਹੈ। ਗੁਣਾਂ ਨੂੰ ਕਮਾਉਣ ਦੀ ਦਾਤ ਵੀ ਆਪ ਜੀ ਨੇ ਬਖਸ਼ਿਸ਼ ਕੀਤੀ ਹੈ। ਮਹਾਰਾਜ ਕਹਿੰਦੇ ਨੇ ਐਸਾ ਬਿਰਹਾ ਇਸ ਮਨੁੱਖਾ ਜਨਮ ਰੂਪੀ ਜੇਠ ਦੇ ਮਹੀਨੇ ਵਿੱਚ ਵਾਹਿਗੁਰੂ ਨੂੰ ਭੁਲਾਉਣਾ ਨਹੀਂ ਚਾਹੀਦਾ। ਐਸਾ ਬਿਰਹਾ ਲੱਗ ਜਾਵੇਗਾ, ਐਸੀ ਪ੍ਰੀਤ ਲੱਗ ਜਾਵੇਗੀ। ਤੇ ਜਦੋਂ ਪ੍ਰੀਤ ਲੱਗ ਗਈ ਫਿਰ ਜਗਿਆਸੂ ਦੇ ਮਨ ਦੇ ਅੰਦਰ ਇਹ ਭਾਵਨਾ ਬਣ ਜਾਂਦੀ ਹੈ ਕਿ ਜਿੰਨੇ ਤੂੰ ਗੁਣ ਸੰਭਾਲੇਂਗਾ, ਗੁਣਾਂ ਨੂੰ ਧਾਰਨ ਕਰੇਂਗਾ, ਵਾਹਿਗੁਰੂ ਨੂੰ ਮਨਾ ਭਾ ਜਾਵੇਂਗਾ। ਸਾਚੈ ਮਹਿਲ ਰਹਿ ਬੈਰਾਗੀ। ਜਦੋਂ ਫਿਰ ਗੁਣ ਅੰਦਰ ਵਸ ਜਾਂਦੇ ਨਾ ਆ ਕਰਕੇ, ਫਿਰ ਮਹਾਰਾਜ ਕਹਿੰਦੇ ਆ, ਵਾਹਿਗੁਰੂ ਜੀ ਬੁਲਾਉਂਦੇ ਆ ਕਿ ਆ ਜਾ ਤੂੰ ਹੁਣ ਮੇਰੇ ਵਿੱਚ ਅਭੇਦ ਹੋ ਜਾ। ਇੰਨੇ ਗੁਣ ਧਾਰਨ ਕਰ ਲਏ ਆ, ਕਿਉਂਕਿ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਸਭ ਗੁਣ ਤੇਰੇ, ਮੈਂ ਨਾਹੀਂ ਕੋਏ। ਉਹ ਸਾਰੇ ਗੁਣ ਧਾਰਨ ਕਰਦੇ ਹੋਏ ਵੀ, ਕਿਉਂਕਿ ਵਿਣ ਗੁਣ ਕੀਤੇ ਭਗਤ ਨਾ ਹੋਏ, ਗੁਣ ਧਾਰਨ ਕੀਤੇ ਤੋਂ ਬਿਨਾਂ ਭਗਤੀ ਨਹੀਂ ਹੁੰਦੀ। ਪਰ ਗੁਣਾਂ ਦਾ ਵੀ ਮਾਣ ਉਹ ਗਵਾ ਜਾਂਦੇ ਅੰਦਰੋਂ। ਫਿਰ ਵਾਹਿਗੁਰੂ ਜੀ ਉਹਨਾਂ ਨੂੰ ਬੁਲਾਉਂਦੇ ਆ ਕਿ ਆ ਜਾ ਭਈ, ਹੁਣ ਤੂੰ ਗੁਣ ਇੰਨੇ ਧਾਰਨ ਕਰਕੇ ਗੁਣਵੰਤ ਹੋ ਗਿਆ, ਗੁਣਵਾਨ ਹੋ ਗਿਆ, ਗੁਣਾਂ ਦਾ ਮਾਣ ਵੀ ਗਵਾ ਲਿਆ, ਆ ਜਾ ਤੂੰ ਸਾਡੇ ਵਿੱਚ ਅਭੇਦ ਹੋ ਜਾ। ਜਦੋਂ ਇਸ ਤਰ੍ਹਾਂ ਵਾਹਿਗੁਰੂ ਜੀ ਬੁਲਾਉਂਦੇ ਆ ਤੇ ਫਿਰ ਪ੍ਰੀਤ ਵਾਲੀ, ਜਗਿਆਸੂ ਵਾਲੀ ਮਨ ਦੀ ਬਿਰਤੀ, ਉਹ ਜਗਿਆਸਾ ਭਾਵ ਵਿੱਚ ਕੀ ਬੇਨਤੀ ਕਰਦੀ ਹੈ। ਸਤਿਗੁਰੂ ਜੀ ਉਸ ਬਿਰਹੋ ਦੀ ਬੇਨਤੀ ਨੂੰ ਮਹਾਰਾਜ ਦੱਸਦੇ ਹਨ। ਸਾਚੈ ਮਹਿਲ ਰਹਿ ਬੈਰਾਗੀ। ਬੈਰਾਗੀ ਜੋ ਅਤੀਤ ਹੈ ਨਾ, ਦੁੱਖਾਂ ਸੁੱਖਾਂ ਤੋਂ ਅਸੰਗ ਹੈ ਵਾਹਿਗੁਰੂ, ਉਹ ਸੱਚੇ ਸੱਚਖੰਡ ਰੂਪੀ ਮਹਿਲ ਦੇ ਅੰਦਰ ਰਹਿੰਦਾ ਹੈ। ਵਾਹਿਗੁਰੂ ਦੇ ਅੱਗੇ ਫਿਰ ਉਹ ਬੇਨਤੀ ਕਰਦੇ ਆ, ਮਹਾਰਾਜ ਆਪ ਤਾਂ ਸਾਰੀ ਇਸ ਕਾਇਨਾਤ ਤੋਂ ਅਸੰਗ ਹੋ। ਹੇ ਵਾਹਿਗੁਰੂ, ਆਪ ਤਾਂ ਦੁੱਖਾਂ ਸੁੱਖਾਂ ਤੋਂ ਅਸੰਗ ਹੋ, ਮੇਰੇ ਵਿੱਚ ਵੀ ਹੋ, ਮੇਰੇ ਤੋਂ ਨਿਰਲੇਪ ਵੀ ਹੋ। ਮਹਾਰਾਜ ਆਪ ਤਾਂ ਸੱਚਖੰਡ ਦੇ ਅੰਦਰ ਮਹਿਲ ਦੇ ਵਿੱਚ ਆਪ ਦਾ ਵਾਸਾ ਹੈ। ਆਵਣ ਦੇਹ ਤਾ ਆਵਾ। ਮਹਾਰਾਜ ਦੇ ਆਪ ਦੇ ਚੰਬੇੜੇ ਹੋਏ ਕਾਮ ਕ੍ਰੋਧ ਲੋਭ ਮੋਹ ਹੰਕਾਰ ਮੈਨੂੰ ਆਉਣ ਦੇਣ ਤਾਂ ਮੈਂ ਆਵਾਂ ਨਾ। ਇਹ ਮਹਾਰਾਜ ਸ਼ਬਦ ਸਪਰਸ਼ ਰੂਪ ਰਸ ਗੰਧ, ਇਹ ਜਿਹੜੇ ਮੈਨੂੰ ਚੰਬੇੜੇ ਹੋਏ ਆ, ਜੇ ਮੈਨੂੰ ਆਉਣ ਦੇਣ ਤਾਂ ਮੈਂ ਆਪ ਦੇ ਮਹਿਲ ਤੱਕ ਆਵਾਂ ਨਾ। ਮਹਾਰਾਜ ਆਪ ਦੀ ਚੰਬੇੜੀ ਹੋਈ ਮਾਇਆ ਹੀ ਮੈਨੂੰ ਆਪ ਤੱਕ ਨਹੀਂ ਆਉਣ ਦੇ ਰਹੀ। ਤੁਸੀਂ ਆਵਾਜ਼ ਦੇ ਕੇ ਕਹਿੰਦੇ ਹੋ ਕਿ ਆ ਜਾ ਹੁਣ ਅਭੇਦ ਹੋ ਜਾ। ਮਹਾਰਾਜ ਸੱਚਖੰਡ ਤੱਕ ਤੁਹਾਡੇ ਤੋਂ ਬਿਨਾਂ ਕਿਵੇਂ ਪਹੁੰਚ ਹੋ ਸਕਦੀ ਹੈ? ਤੁਸੀਂ ਆਪ ਹੀ ਕਿਰਪਾ ਕਰਕੇ ਮਹਾਰਾਜ ਜਦੋਂ ਆਪਣੇ ਵਿੱਚ ਅਭੇਦ ਕਰੋਗੇ, ਉਦੋਂ ਮਹਾਰਾਜ ਮੈਂ ਅਭੇਦ ਹੋ ਸਕਾਂਗੀ। ਨਹੀਂ ਤਾਂ ਤੁਹਾਡੇ ਤੱਕ ਮਹਾਰਾਜ ਮੈਂ ਦੂਜਾ ਬਣ ਕਰਕੇ ਨਹੀਂ ਪਹੁੰਚ ਸਕਦੀ। ਇਉਂ ਮਹਾਰਾਜ ਜਿਹੜੀ ਆਸਾ ਤ੍ਰਿਸ਼ਨਾ ਆਪ ਨੇ ਚੰਬੇੜੀ ਹੋਈ ਹੈ, ਇਹ ਆਮਣ ਦੇ ਤਾਂ ਆਵਾਂ, ਇਹ ਮੈਨੂੰ ਆਉਣ ਦੇਵੇ ਤਾਂ ਮੈਂ ਆਵਾਂ ਨਾ ਤੁਹਾਡੇ ਤੱਕ। ਇਸ ਤਰ੍ਹਾਂ ਇਹਦਾ ਅਲੰਕਾਰ ਹੈ। ਉਹ ਦਾ ਦ੍ਰਿਸ਼ਟਾਂਤ ਹੁੰਦਾ ਹੈ। ਇੱਕ ਮਹਾਤਮਾ ਸੀਗੇ ਮਹਾਂਪੁਰਖ, ਉਹਨਾਂ ਦਾ ਚਿੱਤ ਬੰਦਗੀ ਵਿੱਚ ਸਦਾ ਭਿੱਜਿਆ ਰਹਿੰਦਾ। ਸੰਸਾਰੀ ਲੋਕਾਂ ਦਾ ਕੰਮ ਕੀ ਹੁੰਦਾ, ਆਪ ਦਾ ਸਾਧ ਕੋਲੋਂ ਉੱਲੂ ਸਿੱਧਾ ਕਰਦੇ ਆ ਤੇ ਫਿਰ ਤੂੰ ਕੌਣ ਤੇ ਮੈਂ ਕੌਣ। ਉਹ ਸਾਧ ਨਾਲ ਇੰਨਾ ਕੁ ਪ੍ਰਯੋਜਨ ਹੁੰਦਾ ਤੇ ਸਾਧੂ ਵੀ ਜਿਹੜੇ ਆ ਫਿਰ ਉਹਨਾਂ ਕੀ ਲੈਣਾ ਸੰਸਾਰੀਆਂ ਤੋਂ, ਉਹ ਤਾਂ ਵਾਹਿਗੁਰੂ ਦੇ ਨਾਮ ਦੇ ਗ੍ਰਾਹਕ ਹਨ। ਇੱਕ ਮਹਾਤਮਾ ਸੀਗੇ ਨਿਰਲੇਪ, ਉਹਨਾਂ ਨੇ ਆਪਦੀ ਕੁਟੀਆ ਦੇ ਅੱਗੇ ਇੱਕ ਮਾਈ ਬਿਠਾ ਛੱਡੀ ਬੜੀ ਲੜਾਕੀ, ਉਹ ਕਿਸੇ ਨੂੰ ਵੜਨ ਨਾ ਦਿਆ ਕਰੇ। ਉਸ ਤੋਂ ਅੱਗੇ ਇੱਕ ਗਾਂ ਬੰਨ੍ਹ ਛੱਡੀ ਤਿੱਖੇ ਸਿੰਗਾਂ ਵਾਲੀ। ਫਿਰ ਉਸ ਤੋਂ ਅੱਗੇ ਇੱਕ ਕੁੱਤਾ ਜਿਹੜਾ ਸੀ ਉਹ ਬਿਠਾਇਆ ਹੋਇਆ, ਉਹ ਵੱਢਣ ਪਵੇ। ਹੁਣ ਕੁੱਤੇ ਨੂੰ ਜਿਹੜਾ ਕੁੱਤਾ ਵੱਢਣ ਪੈਂਦਾ ਹਰ ਵੇਲੇ ਭੌਂਕਦਾ, ਕੋਈ ਹੌਸਲਾ ਨਹੀਂ ਕਰਦਾ। ਫਿਰ ਇੱਕ ਗਾਂ ਜਿਹੜੀ ਉਹ ਸਿੰਗ ਮਾਰਦੀ ਹੈ, ਗਾਂ ਤੋਂ ਡਰਦਾ ਨਹੀਂ ਕੋਈ ਆਉਂਦਾ। ਜੇ ਉੱਥੇ ਤੱਕ ਚਲੇ ਜਾਓ, ਮਾਈ ਲੜਾਕੀ ਅੱਗੇ ਬੈਠੀ ਆ, ਉਹ ਬੋਲ ਕਬੋਲ ਬੋਲਦੀ ਭਜਾ ਦਿੰਦੀ ਹੈ। ਮਹਾਤਮਾ ਨੇ ਇਹ 3 ਬਾਧਾ ਪਾ ਛੱਡੀਆਂ ਕਿ ਸਾਡੇ ਤੱਕ ਕੋਈ ਪਹੁੰਚ ਨਾ ਕਰੇ। ਤੇ ਜਿਹੜਾ ਫਿਰ
ਇਹ ਤਿੰਨਾਂ ਚੀਜ਼ਾਂ ਨੂੰ ਲੰਘ ਕਰਕੇ ਅੱਗੇ ਆਵੇ ਤੇ ਤਾਂ ਹੀ ਪਹੁੰਚ ਕਰੇ ਨਾ ਮਹਾਤਮਾ ਦੇ ਕੋਲ। ਇੱਕ ਕੋਈ ਜਗਿਆਸੂ ਸੀਗਾ, ਉਹਨੇ ਫਿਰ ਸੋਚਿਆ ਕਿ ਜਾਣਾ ਜ਼ਰੂਰ ਹੈ। ਕਈ ਵਾਰੀ ਮਹਾਤਮਾ ਸਾਂਗ ਐਸੋ ਜਿਹਾ ਬਾਬਾ ਬੀਰਮਦਾਸ ਜੀ ਮਹਾਂਪੁਰਖ ਹੋਏ, ਉਹ ਬਹੁਤ ਕਈ ਵਾਰੀ ਗਾਲਾਂ ਵੀ ਕੱਢ ਦਿੰਦੇ ਕਿ ਕੋਈ ਨੇੜਾ ਨਾ ਕਰੇ, ਤੇ ਸਰੀਰ ਦੀ ਵੀ ਇਸ ਤਰ੍ਹਾਂ ਦੀ ਹਾਲਤ ਬਣਾਉਂਦੇ ਕਿ ਵੇਖਣ ਵਾਲਾ ਘਿਰਣਾ ਕਰੇ। ਪਰ ਜਿਹੜਾ ਉਹਨਾਂ ਦੇ ਅੰਦਰ ਜੋ ਸਰੂਪ ਪ੍ਰਕਾਸ਼ਦਾ, ਜੋ ਉਹਨਾਂ ਅੰਦਰ ਬ੍ਰਹਮ ਦਾ ਗਿਆਨ ਅਸਥਿਤਵ ਹੈ, ਉਹਦਾ ਪ੍ਰਸਾਦ ਲੈਣ ਲਈ ਬੜੇ ਬੜੇ ਜਗਿਆਸੂਆਂ ਨੇ ਉਹਨਾਂ ਕੋਲ ਸੇਵਾ ਕਰਕੇ ਬੜੇ ਮਹਾਨ ਗਿਆਨ ਨੂੰ ਪ੍ਰਾਪਤ ਕੀਤਾ। ਉਹ ਜਗਿਆਸੂ ਦੇ ਮਨ ਦੇ ਅੰਦਰ ਭਾਵਨਾ ਬਣੀ ਕਿ ਦਰਸ਼ਨ ਜ਼ਰੂਰ ਕਰਨੇ, ਮਹਾਤਮਾ ਕੋਲੋਂ ਉਪਦੇਸ਼ ਜ਼ਰੂਰ ਲੈਣਾ। ਪੂਰਨ ਪੁਰਖ ਨੇ, ਇਹਨਾਂ ਨੇ ਤਾਂ ਹੀ ਸੰਸਾਰੀਆਂ ਨੂੰ ਵਰਜ ਛੱਡਿਆ ਆਪਣੇ ਕੋਲ ਆਉਣ ਤੋਂ, ਕਿਉਂਕਿ ਪਖੰਡੀ ਨੂੰ ਹੁੰਦਾ ਨਾ ਮੇਰੇ ਚੇਲੇ ਬਾਹਲੇ ਬਣਨ ਤੇ ਮੇਰੀ ਬਾਹਲੀ ਉਸਤਤ ਤੇ ਵਡਿਆਈ ਹੋਵੇ। ਉਹਨਾਂ ਨੇ ਤਾਂ ਰਾਹ ਖੋਲ ਖੋਲ ਕੇ ਲਿਖਿਆ ਹੁੰਦਾ ਜੀਆਂ ਆਇਆਂ ਨੂੰ, ਤੇ ਮਹਾਤਮਾ ਜਿਹੜੇ ਆ ਉਹਨਾਂ ਨੂੰ ਨਹੀਂ ਕਿਸੇ ਦੀ ਲੋੜ ਹੁੰਦੀ, ਉਹ ਤਾਂ ਵਾਹਿਗੁਰੂ ਦੀ ਲੋੜ ਰੱਖਦੇ ਆ। ਉਹਨੇ ਕੀ ਕੀਤਾ ਕਿ ਥੋੜੀ ਜਿਹੀ ਚੂਰੀ ਲੈ ਲਈ, ਥੋੜਾ ਜਿਹਾ ਘਾਹ ਲੈ ਲਿਆ, ਨਾਲ ਜਿਹੜਾ ਸੀ ਦਹੀਂ ਦਾ ਬਣਾਇਆ ਹੋਇਆ ਦੜਕਾ ਆਦਿਕ ਜਿਹੜਾ ਸੀ ਉਹਨੂੰ ਤਿਉੜ ਵੀ ਕਹਿੰਦੇ, ਉਹ ਲੈ ਲਿਆ, ਤੇ 25 ਰੁਪਏ ਨਾਲ ਲੈ ਲਏ। ਤੇ ਜਦੋਂ ਤੁਰਿਆ ਕੁੱਤਾ ਬੜਾ ਭੌਂਕੇ, ਉਹਨ ਕੁੱਤੇ ਨੂੰ ਚੂਰੀ ਪਾ ਦਿੱਤੀ। ਕੁੱਤਾ ਚੂਰੀ ਖਾਣ ਲੱਗ ਪਿਆ, ਕੁੱਤੇ ਦੀ ਬਾਧਾ ਨੂੰ ਲੰਘ ਗਿਆ। ਅੱਗੇ ਆ ਗਈ ਗਾਂ, ਤੇ ਗਾਂ ਨੂੰ ਉਸਨੇ ਘਾਹ ਪਾਤਾ। ਜਦੋਂ ਘਾਹ ਪਾਤਾ ਤੇ ਗਾਂ ਘਾਹ ਖਾਣ ਲੱਗ ਪਈ। ਫਿਰ ਉਹ ਲੜਾਕੀ ਮਾਈ ਕੋਲ ਜਾ ਪਹੁੰਚਿਆ, ਉਹਦੇ ਅੱਗੇ ਉਸਨੇ ਉਹ ਜਿਹੜਾ ਦਰੜਕਾ ਸੀ ਤਿਉੜ ਉਹ ਭੇਟ ਕੀਤਾ, ਨਾਲ 25 ਰੁਪਏ ਭੇਟ ਕੀਤੇ। ਮਾਈ ਜਿਹੜੀ ਸੀ ਉਹ ਤਿਉੜ ਵੇਖ ਕੇ ਤੇ ਉਹ ਮਾਇਆ ਵੇਖ ਕੇ ਖੁਸ਼ ਹੋ ਗਈ, ਤੇ ਜਾ ਮਹਾਤਮਾ ਦੇ ਚਰਨਾਂ ਤੇ ਉਹਨ ਮੱਥਾ ਟੇਕਿਆ। ਆਖਿਆ ਮਹਾਰਾਜ ਮੈਂ ਤੁਹਾਡੇ ਦਰਸ਼ਨ ਕਰਨ ਆਇਆ, ਬੜੇ ਦੁਰਲੱਭ ਨੇ ਤੁਹਾਡੇ ਦਰਸ਼ਨ, ਉਪਦੇਸ਼ ਲੈ ਕੇ ਨਿਹਾਲ ਹੋਇਆ। ਇਹ ਹੈ ਦਾ ਦ੍ਰਿਸ਼ਟਾਂਤ, ਜਿਹੜਾ ਵਾਹਿਗੁਰੂ ਜੀ ਨੇ ਆਪਣੇ ਤੱਕ ਪਹੁੰਚਣਾ ਜਿਹੜਾ ਨਾ ਉਹ ਬੜਾ ਦੁਸਤਰ ਕੀਤਾ ਹੋਇਆ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਫਰਮਾਉਂਦੇ ਆ ਕਿ ਵਾਹਿਗੁਰੂ ਦੀ ਸੱਚਖੰਡ ਰੂਪੀ ਕੁਟਿਆ ਦੇ ਬਾਹਰ ਜਿਹੜਾ ਨਾ ਉਹ ਲੋਭ ਰੂਪੀ ਕੁੱਤਾ ਬੱਝਾ ਪਿਆ ਹੈ। ਫਿਰ ਇਸ ਪ੍ਰਕਾਰ ਜਿਹੜੀ ਅਵਿਦਿਆ ਰੂਪੀ ਗਾਂ ਏ, ਇਹਦੇ ਰਾਗ ਤੇ ਦੁਆਖ ਰੂਪੀ ਬੜੇ ਤਿੱਖੇ ਤਿੱਖੇ ਸਿੰਗ ਵਾ, ਇਹ ਬੱਝੀ ਹੋਈ ਹੈ। ਫਿਰ ਅੱਗੇ ਜਿਹੜੀ ਹੈ ਮਾਇਆ, ਇਹ ਜਿਹੜੀ ਲੜਾਕੀ ਮਾਈ ਨਾ ਉਹ ਮਾਇਆ ਹੈ, ਤੇ ਜਿਹੜੀ ਕਿਸੇ ਨੂੰ ਜਿਹੜਾ ਹੈ ਉਹ ਜਿੱਤਣ ਹੀ ਨਹੀਂ ਦਿੰਦੀ, ਏਡੀ ਪ੍ਰਬਲ ਹੈ। ਤੇ ਜਿਹੜੇ ਫਿਰ ਜਗਿਆਸੂ ਵਾਹਿਗੁਰੂ ਨਾਲ ਪਿਆਰ ਕਰਦੇ ਆ, ਉਹ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਆ ਕਿ ਫਿਰ ਲੋਭ ਰੂਪੀ ਕੁੱਤੇ ਨੂੰ ਇਸ ਪ੍ਰਕਾਰ ਮੁਕਤੀ ਰੂਪੀ ਚੂਰੀ ਪਾਉਂਦੇ ਆ, ਮੁਕਤੀ ਦਾ ਸੁੱਖ ਵਿਖਾਉਂਦੇ ਆ। ਚੱਲ ਰੇ ਬੈਕੁੰਠ ਤੁਝਾ ਲੈ ਤਾਰੋ, ਇਉਂ ਉਹਨੂੰ ਕਹਿੰਦੇ ਤੈਨੂੰ ਮੁਕਤੀ ਦੇਵਾਂਗੇ, ਮੁਕਤੀ ਦਾ ਲੋਭ ਕਰ। ਉਹ ਮਨ ਫਿਰ ਜਿਹੜਾ ਨਾ ਜਿਹਦੇ ਅੰਦਰ ਲੋਭ ਰੂਪੀ ਕੁੱਤਾ ਭੌਂਕਦਾ, ਹਰ ਪਦਾਰਥ ਦਾ ਲੋਭ ਕਰਦਾ ਹੈ, ਉਹਨੂੰ ਫਿਰ ਮੁਕਤੀ ਰੂਪੀ ਲੋਭ ਜਿਹੜਾ ਉਹ ਦਿਖਾਉਂਦੇ ਆ, ਮੁਕਤੀ ਰੂਪੀ ਚੋਰੀ ਪਾ ਦਿੰਦੇ, ਤੇ ਲੋਭ ਰੂਪੀ ਕੁੱਤਾ ਜਿਹੜਾ ਅੰਦਰ ਸ਼ਾਂਤ ਹੋ ਜਾਂਦਾ ਹੈ। ਫਿਰ ਜਿਹੜੀ ਇਹ ਗਾਂ ਹੈ, ਇਹ ਅਵਿਦਿਆ ਰੂਪੀ ਗਾਂ ਹੈ, ਰਾਗ ਤੇ ਦੁਆਖ ਦੇ ਸਿੰਗ ਮਾਰਦੀ ਹੈ। ਕਿਸੇ ਨਾਲ ਈਰਖਾ ਬਣੀ ਰਹਿਣੀ, ਕਿਸੇ ਨਾਲ ਮੋਹ ਚਿੰਬੜਿਆ ਰਹਿਣਾ ਕਿ ਤੇਰੇ ਤੋਂ ਬਿਨਾਂ ਤਾਂ ਮੈਂ ਬਚਦਾ ਹੀ ਨਹੀਂ। ਸਰੀਰਾਂ ਦਾ ਮੋਹ ਵੀ ਚਿੰਬੜਨਾ, ਤੇ ਕਿਸੇ ਦਾ ਪ੍ਰਤਾਪ ਵੇਖ ਕੇ ਈਰਖਾ ਕਰਨੀ, ਉਹਦੇ ਗੁਣ ਵੇਖ ਕੇ ਈਰਖਾ ਕਰਨੀ, ਵਾਹਿਗੁਰੂ ਦੀਆਂ ਦਿੱਤੀਆਂ ਦਾਤਾਂ ਵੇਖ ਕੇ ਈਰਖਾ ਕਰਨੀ, ਇਹ ਸਿੰਗ ਵੱਜਣੇ ਹਨ। ਅਵਿਦਿਆ ਹਰ ਸਮੇਂ ਗਾਫਲ ਮਨ ਹੋਇਆ ਰਹਿਣਾ, ਜਿਹੜਾ ਸੰਸਾਰ ਦੇ ਪਦਾਰਥਾਂ ਨੂੰ ਮਿੱਥਿਆ ਦਿਖਾਉਣਾ ਨਾ, ਇਹ ਘਾਹ ਪਾਉਣਾ ਹੈ ਅਵਿਦਿਆ ਰੂਪੀ ਗਾਂ ਨੂੰ। ਫਿਰ ਉਹਦੇ ਰਾਗ ਦੁਆਖ ਰੂਪੀ ਸਿੰਘਾਂ ਤੋਂ ਬਚ ਸਕੀਦਾ ਹੈ। ਜਦੋਂ ਸੰਸਾਰ ਦਾ ਮਿੱਥਿਆ ਸਰੂਪ ਜਿਹੜਾ ਹੈ ਇਹ ਘਾਹ ਪਾਉਣਾ ਕਰੀਏ ਤਾਂ ਫਿਰ ਅੱਗੇ ਜਿਹੜੀ ਮਾਇਆ, ਜਿਹੜੀ ਇਹ ਲੜਾਕੀ ਮਾਈ, ਉਹਨੂੰ ਕੀ ਹੈ, ਤਿੰਨਾਂ ਗੁਣਾਂ ਦਾ ਤਿਆਗ ਕਰਨ ਰੂਪ ਤਿਉੜ ਜਿਹੜਾ ਨਾ ਦ੍ਰਿੜਕਾ, ਉਹ ਭੇਟ ਕਰਨਾ, ਭਾਵ ਤਿੰਨਾਂ ਗੁਣਾਂ ਦਾ ਤਿਆਗ ਕਰਨਾ ਬੜਾ ਦੁਸਤਰ ਹੈ। ਵਾਹਿਗੁਰੂ ਜੀ ਤੱਕ ਜਾਣਾ ਤੇ ਅਖੀਰਲੀ ਬਾਧਾ ਫਿਰ ਇਹ ਰਹਿ ਜਾਂਦੀ, ਕਿਉਂਕਿ ਮਨ ਜਿਹੜਾ ਨਾ
ਤਮੋ ਗੁਣ ਚੋਂ ਨਿਕਲ ਜੇ ਤੇ ਰਜੋ ਗੁਣ ਅੰਦਰ ਆਇਆ ਰਹਿੰਦਾ ਹੈ। ਰਜੋ ਗੁਣ ਚੋਂ ਨਿਕਲ ਜੇ ਫਿਰ ਸਤੋ ਗੁਣ ਚ ਇਹਨੂੰ ਛੱਡਣਾ ਬਾਹਲਾ ਹੀ ਔਖਾ। ਤਮੋ ਮੁੱਕ ਜਾਂਦਾ, ਰਜੋ ਗੁਣ ਮੁੱਕ ਜਾਂਦਾ, ਸਤੋ ਗੁਣ ਦੇ ਅੰਦਰ ਸਾਰੀਆਂ ਚੀਜ਼ਾਂ ਆ ਜਾਂਦੀਆਂ, ਪ੍ਰਾਪਤ ਹੋ ਜਾਂਦੀਆਂ, ਪਰ ਵਡਿਆਈ ਦੀ ਇੱਛਾ ਨਹੀਂ ਮਰਦੀ। ਇਹ ਜਦੋਂ ਤਿੰਨਾਂ ਗੁਣਾਂ ਰੂਪੀ ਤਿਉੜ ਭੇਟ ਕਰ ਦਈਏ ਨਾ, ਤੇ 25 ਪ੍ਰਕਿਰਤੀਆਂ ਰੂਪੀ ਸਰੀਰ ਜਿਹੜਾ ਹੈ, ਮਿੱਥਿਆ ਜਿਹੜਾ ਕਥਨ ਕਰਨਾ ਸਰੀਰ ਦਾ, ਇਹਨੂੰ ਮਿੱਥਿਆ ਜਾਣ ਲੈਣਾ, ਇਹ ਮਾਇਆ ਦੇ ਅੱਗੇ ਭੇਟ ਕਰ ਦਈਏ, ਸਰੀਰ ਮਿੱਥਿਆ ਭਾਸ ਪਵੇ ਤੇ ਮਾਇਆ ਦੇ ਤਿੰਨੇ ਗੁਣ ਛੁੱਟ ਜਾਣ। ਉਸੇ ਸਮੇਂ ਹੀ ਜਿਹੜੀ ਇਹ ਲੜਾਕੀ ਮਾਇਆ ਨਾ, ਇਹ ਵੀ ਫਿਰ ਖੁਸ਼ ਹੋ ਜਾਂਦੀ ਹੈ, ਵੀ ਛੱਡ ਦਿੰਦੀ, ਭਾਵ ਮਾਇਆ ਦਾ ਫਿਰ ਪ੍ਰਭਾਵ ਨਹੀਂ ਵਰਤਦਾ। ਤੇ ਜਦੋਂ ਮਾਇਆ ਦੇ ਪ੍ਰਭਾਵ ਤੋਂ ਨਿਕਲ ਜਾਂਦਾ, ਅੱਗੇ ਫਿਰ ਕੀ ਹੈ, ਅੱਗੇ ਵਾਹਿਗੁਰੂ ਜੀ ਦਾ ਸਰੂਪ ਹੈ। ਪਰਮੇਸ਼ਰ ਦੇ ਦਰਸ਼ਨ ਵੇਖ ਕੇ ਫਿਰ ਨਿਹਾਲ ਹੋ ਜਾਂਦਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਜਗਿਆਸਾ ਮੁਖ ਤੋਂ ਗਰੀਬ ਨਵਾਜ ਜੀ ਫਰਮਾਉਂਦੇ ਆ ਕਿ ਆਵਣ ਦੇਹ ਤਾਂ ਆਵਾਂ, ਮਹਾਰਾਜ ਜਿਹੜੇ ਤੇਰੇ ਚੰਬੇੜੀ ਹੋਈ ਮਾਇਆ ਏ, ਜਿਹੜੀ ਇਹ ਤੇਰੀ ਚੰਬੇੜੀ ਹੋਈ ਅਵਿਦਿਆ ਹੈ, ਇਹ ਲੋਭ ਰੂਪੀ ਕੁੱਤਾ ਹੈ, ਵਕਾਰ ਨੇ ਤੇ ਰਸ ਹਨ ਮਹਾਰਾਜ, ਇਹ ਵਿਸ਼ੇ ਹਨ, ਇਹ ਮਹਾਰਾਜ ਮੈਨੂੰ ਆਉਣ ਦੇਣ ਤਾਂ ਆਵਾਂ ਨਾ, ਕਿਰਪਾ ਕਰਕੇ ਮਹਾਰਾਜ ਇਹਨਾਂ ਨੂੰ ਨਿਵਰਤ ਕਰ ਦਿਓ। ਕਿਉਂਕਿ ਤੁਹਾਡੀ ਸ਼ਕਤੀ ਜਦੋਂ ਵਰਤਦੀ ਹੈ ਨਾ, ਉਦੋਂ ਹੀ ਮਾਇਆ ਮਹਾਰਾਜ ਜੀਵ ਦੇ ਅੰਦਰੋਂ ਹਟਦੀ ਹੈ। ਮਹਾਰਾਜ ਸਾਡਾ ਕੋਈ ਵਸ ਨਹੀਂ, ਕਿਰਪਾ ਕਰੋ ਮਹਾਰਾਜ। ਆਪ ਦਾ ਤਾਂ ਸਾਚਾ ਮਹਿਲ ਰਹਿ ਬੈਰਾਗੀ, ਸਦਾ ਸੱਚਖੰਡ ਵਸੈ ਨਿਰੰਕਾਰ ਸਰੂਪ ਸੱਚੇ ਪਾਤਸ਼ਾਹ। ਜੇ ਕਰਕੇ ਇਹ ਸਾਰੀਆਂ ਚੀਜ਼ਾਂ ਆਪ ਦੀਆਂ ਪੈਦਾ ਕੀਤੀਆਂ, ਹੁਣ ਮਾਇਆ ਆਦਿਕ ਜਿਹੜਾ ਇਹ ਆਸਰੀ ਸੰਪਦਾ ਹੈ, ਮਹਾਰਾਜ ਇਹ ਆਉਣ ਦੇਣ ਤਾਂ ਮੈਂ ਆਵਾਂ ਨਾ ਆਪ ਤੱਕ, ਕਿਰਪਾ ਕਰੋ ਮਹਾਰਾਜ, ਇਹਨਾਂ ਨੂੰ ਨਿਵਰਤ ਕਰੋ ਕਿ ਮੈਂ ਆਪ ਦੇ ਵਿੱਚ ਅਭੇਦ ਹੋ ਸਕਾਂ। ਮਹਾਰਾਜ ਸਾਹਿਬ ਜੀ ਫਰਮਾਉਂਦੇ ਆ, ਜਦੋਂ ਵਾਹਿਗੁਰੂ ਜੀ ਕਿਰਪਾ ਕਰਦੇ ਹਨ, ਇਉਂ ਜੋਦੜੀਆਂ ਕਰਦਿਆਂ ਹੋਇਆਂ ਮਹਾਰਾਜ ਸਾਹਿਬ ਜੀ ਕਹਿੰਦੇ ਫਿਰ ਨਿਰੰਕਾਰ ਦੀ ਮਿਹਰ ਹੁੰਦੀ ਹੈ। ਨਿਮਾਣੀ ਨਿਤਾਣੀ ਹਰ ਬਿਨ, ਹੇ ਵਾਹਿਗੁਰੂ ਤੇਰੇ ਤੋਂ ਬਿਨਾ ਅਸੀਂ ਕਾਹਦਾ ਮਾਣ ਹੈ ਸਾਡਾ। ਮਹਾਰਾਜ ਭਾਵੇਂ ਗੁਣ ਦਿੱਤੇ ਹੋਏ ਐ, ਪਰ ਮਹਾਰਾਜ ਇਹ ਤਾਂ ਸਾਰੇ ਗੁਣ ਆਪਦੇ ਹੀ ਆ ਨਾ, ਮੇਰਾ ਕੀ ਮਾਣ ਹੈ ਇਸ ਦੇ ਅੰਦਰ। ਜੇ ਅੰਮ੍ਰਿਤ ਵੇਲੇ ਉੱਠ ਕੇ ਮੈਂ ਭਜਨ ਵਿੱਚ ਸੁਰਤ ਜੋੜਦਾ ਤੇ ਆਪ ਦੀ ਦਿੱਤੀ ਹੋਈ ਦਾਤ ਹੈ ਮਹਾਰਾਜ। ਜੇ ਨਾਮ ਮਿੱਠਾ ਲੱਗਦਾ ਤੇ ਆਪ ਦੀ ਦਿੱਤੀ ਹੋਈ ਦਾਤ ਹੈ। ਜੇ ਬਿਰਹਾ ਅੰਦਰ ਲਾਇਆ, ਪਿਆਰ ਲਾਇਆ, ਆਪ ਦੀ ਦਿੱਤੀ ਹੋਈ ਦਾਤ ਹੈ ਮਹਾਰਾਜ। ਅਸੀਂ ਤਾਂ ਮਨ ਕਰਕੇ ਬੜੇ ਹੀ ਨਿਮਾਣੇ ਆ ਤੇ ਸਰੀਰ ਕਰਕੇ ਮਹਾਰਾਜ ਨਿਤਾਣੇ ਆ। ਕਾਹਦਾ ਬਲ ਹੈ ਸਾਡੇ ਵਿੱਚ? ਕੋਈ ਬਲ ਨਹੀਂ ਮਹਾਰਾਜ। ਮਨ ਕਰਕੇ ਨਿਮਾਣੇ ਆ, ਸਰੀਰ ਕਰਕੇ ਬਲ ਤੋਂ ਰਹਿਤ ਹਾਂ। ਸੱਚੇ ਪਾਤਸ਼ਾਹ ਮਹਾਰਾਜ ਆਪ ਤੋਂ ਬਿਨਾ ਅਸੀਂ ਬਲ ਤੋਂ ਹੀਣੇ ਆ, ਮਾਨ ਤੋਂ ਰਹਿਤ ਹਾਂ। ਕਿਉ ਪਾਵੈ ਸੁਖ ਮਹਿਲੀ, ਕਿਵੇਂ ਮਹਾਰਾਜ ਆਪ ਜੀ ਦੇ ਜਿਹੜਾ ਸੁਖ ਸਰੂਪੀ, ਜਿਹੜਾ ਮਹਾਰਾਜ ਆਪ ਜੀ ਦਾ ਸਰੂਪ ਰੂਪੀ ਮਹਿਲ ਹੈ, ਉਸ ਸੁਖ ਸਰੂਪੀ ਮਹਿਲ ਨੂੰ ਮਹਾਰਾਜ ਕਿਵੇਂ ਪਾਉਣਾ ਕਰੀਏ, ਕਿਵੇਂ ਆਪ ਦੇ ਸੱਚਖੰਡ ਰੂਪੀ ਮਹਿਲ ਨੂੰ ਪਾਈਏ ਜਿੱਥੇ ਆਤਮਿਕ ਆਨੰਦ ਦਾ ਸੁਖ ਹੈ। ਨਾਨਕ ਜੇਠ ਜਾਣੈ ਤਿਸ ਜੈਸੀ, ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਐ, ਜੇਠ ਦੇ ਮਹੀਨੇ ਦੁਆਰਾ ਮਹਾਰਾਜ ਹੁਣ ਸੰਪੂਰਨਤਾ ਕਰਦੇ ਐ ਇਸ ਪੌੜੀ ਦੀ। ਹਜੂਰ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਐ, ਜੇਠ ਦੇ ਮਹੀਨੇ ਦੁਆਰਾ। ਜੇਠ ਦਾ ਮਹੀਨਾ ਕੀ ਹੈ? ਇਹ ਮਨੁੱਖਾ ਜਨਮ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ, ਜਦੋਂ ਮਨੁੱਖਾ ਜਨਮ ਰੂਪੀ ਜੇਠ ਦੇ ਮਹੀਨੇ ਵਿੱਚ ਤਿਸ ਜੈਸੀ, ਵਾਹਿਗੁਰੂ ਜੀ ਜੈਸੀ ਜਦੋਂ ਜਿਹੜੀ ਹੈ ਉਹ ਬਿਰਤੀ ਬਣ ਜਾਵੇ, ਭਾਵ ਵਾਹਿਗੁਰੂ ਵਾਲੇ ਹੀ ਗੁਣ ਅੰਦਰ ਆ ਜਾਣ, ਵਾਹਿਗੁਰੂ ਜੀ ਕਿਰਪਾ ਕਰਕੇ ਆਪਣਾ ਸਰੂਪ ਹੀ ਜਦੋਂ ਬਖਸ਼ਿਸ਼ ਕਰ ਦੇਣ, ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਹਨ, ਕਰਮ ਮਿਲੈ ਗੁਣ ਗਹਿਲੀ। ਜੇ ਕਰਕੇ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਕਰਮ ਕਾਂਡ 'ਚ ਹੀ ਫਸਿਆ ਰਹੇ ਨਾ, ਤਾਂ ਮਹਾਰਾਜ ਕਹਿੰਦੇ ਆ ਕਰਮ ਮਿਲੈ ਗੁਣ ਗਹਿਲੀ। ਕਰਮਾਂ ਵਿੱਚ ਹੀ, ਕਰਮਾਂ ਕਾਂਡਾਂ 'ਚ ਹੀ ਮਿਲਿਆ ਰਹੇ ਤੇ ਫਿਰ ਤਿੰਨਾਂ ਗੁਣਾਂ ਦਾ ਗਰਸਿਆ ਰਹਿੰਦਾ ਹੈ। ਤਿੰਨ ਗੁਣ ਜਿਹੜੇ ਮਾਇਆ ਦੇ ਉਹਨੂੰ ਗਹਿਲੀ ਗਰਸ ਲੈਂਦੇ ਆ, ਉੱਥੇ ਹੀ ਪਕੜਿਆ ਹੋਇਆ, ਫਿਰ ਆਪਣਾਤ ਨਹੀਂ ਇਹਦੇ ਕੋਲੋਂ ਛੁੱਟਦੀ, ਆਪਣੇ ਦੇਹ ਦਾ ਮੋਹ ਨਹੀਂ ਇਹਦੇ ਕੋਲੋਂ ਛੁੱਟਦਾ। ਪਰ ਜਦੋਂ ਮਹਾਰਾਜ ਕਹਿੰਦੇ ਆ ਤਿਸ ਜੈਸੀ, ਵਾਹਿਗੁਰੂ ਜੈਸੀ, ਕਿਉਂਕਿ ਹਰ ਕਾ ਸੇਵਕ ਹਰ ਹੀ ਜਿਹਾ, ਵਾਹਿਗੁਰੂ ਵਰਗਾ ਹੀ ਹੋ ਜਾਂਦਾ ਹੈ।
ਜਿਵੇਂ ਕਬੀਰ ਜੀ ਨੇ ਕਿਹਾ, ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਵਾਹਿਗੁਰੂ ਦਾ ਪਿਆਰਾ ਉਹੋ ਜਿਹਾ ਹੀ ਚਾਹੀਦਾ ਜਿਹੋ ਜਿਹਾ ਵਾਹਿਗੁਰੂ ਆਪ ਹੈ। ਇਉਂ ਬੜੇ ਪਾਣੀ ਦਾ, ਪੱਥਰ ਦਾ ਪ੍ਰਮਾਣ ਦੇ ਦੇ ਕੇ ਕਬੀਰ ਸਾਹਿਬ ਜੀ ਨੇ ਦੱਸਿਆ ਨਾ ਪਹਿਲਾਂ, ਤਾਂ ਪਰ ਕਹਿੰਦੇ ਆ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਜਿਹੋ ਜਿਹਾ ਵਾਹਿਗੁਰੂ ਆਪ ਹੈ ਉਹੋ ਜਿਹਾ ਹੀ ਜਦੋਂ ਬਣ ਜਾਵੇ ਨਾ, ਤੇ ਫਿਰ ਸੱਚੇ ਮਹਿਲ ਦੀ ਪ੍ਰਾਪਤੀ ਹੋ ਜਾਂਦੀ ਹੈ, ਸੱਚਖੰਡ ਮਹਿਲ ਦੀ ਪ੍ਰਾਪਤੀ ਹੋ ਜਾਂਦੀ ਹੈ। ਹਜੂਰ ਫਰਮਾਉਂਦੇ ਹਨ, ਨਾਨਕ ਜੇਠ ਜਾਣੈ ਤਿਸ ਜੈਸੀ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਜੇਠ ਕਹਿੰਦੇ ਆ ਉਤਕ੍ਰਿਸ਼ਟ ਨੂੰ, ਜੇਠ ਕਹਿੰਦੇ ਆ ਸਭ ਤੋਂ ਵੱਡੇ ਨੂੰ। ਜਿਵੇਂ ਘਰ ਵਿੱਚ ਵੱਡਾ ਪੁੱਤਰ ਤੇ ਉਹਨੂੰ ਜੇਠਾ ਪੁੱਤਰ ਕਹਿੰਦੇ ਆ। ਇੱਥੇ ਜੇਠਾ ਸਾਧਨ ਕਿਹੜਾ? ਤਰ ਤੀਬਰ ਬੈਰਾਗ ਹੁੰਦਾ ਜਿਹੜਾ, ਉਹਨੂੰ ਸਭ ਤੋਂ ਉੱਤਮ ਸਾਧਨ ਕਹਿੰਦੇ ਆ। ਮਹਾਰਾਜ ਕਹਿੰਦੇ ਜਦੋਂ ਇਹ ਬੈਰਾਗ ਲੱਗ ਜਾਂਦਾ ਹੈ ਨਾ, ਤਰ ਤਮ ਤਰ ਤੀਬਰ ਬੈਰਾਗ ਲੱਗ ਜਾਂਦਾ ਜਦੋਂ, ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਫਿਰ ਤਿਸ ਜੈਸੀ, ਵਾਹਿਗੁਰੂ ਜੈਸੀ ਹੀ ਉਹ ਬਣ ਜਾਂਦੀ ਹੈ। ਵਾਹਿਗੁਰੂ ਵਰਗੇ ਹੀ ਉਹ ਹੋ ਜਾਂਦੇ ਆ, ਪਰਮੇਸ਼ਰ ਦਾ ਸਰੂਪ ਹੀ ਹੋ ਜਾਂਦੇ ਆ। ਜਦੋਂ ਮਹਾਰਾਜ ਜਾਣ ਲੈਂਦੇ ਆ ਨਾ ਕਿ ਭਈ ਇਹ ਤਾਂ ਇਹਨਾਂ ਨੇ ਮਨੁੱਖਾ ਜਨਮ ਹੀ ਸਵਾਰ ਲਿਆ, ਮੇਰੇ ਤੋਂ ਬਿਨਾਂ ਹੋਰ ਕੋਈ ਟੇਕ ਹੀ ਨਹੀਂ ਰੱਖੀ, ਫਿਰ ਮਹਾਰਾਜ ਕਹਿੰਦੇ ਵਾਹਿਗੁਰੂ ਉਹਨਾਂ ਦੇ ਅੰਦਰ ਸਾਖਿਆਤ ਹੋ ਜਾਂਦੇ ਆ, ਉਹ ਪਰਮੇਸ਼ਰ ਜੈਸੇ ਹੀ ਹੋ ਜਾਂਦੇ ਆ। ਕਰਮ ਮਿਲੈ ਗੁਣ ਗਹਿਲੀ। ਜਦੋਂ ਕਰਮ ਬਖਸ਼ਿਸ਼ ਵਾਹਿਗੁਰੂ ਦੀ ਪ੍ਰਾਪਤ ਹੁੰਦੀ ਹੈ ਨਾ, ਤਾਂ ਮਹਾਰਾਜ ਕਹਿੰਦੇ ਫਿਰ ਮਿਲਾਪ ਹੁੰਦਾ ਹੈ। ਕਿਵੇਂ ਮਿਲਾਪ ਹੁੰਦਾ ਹੈ? ਵਾਹਿਗੁਰੂ ਜੀ ਐਸਾ ਗੁਣ ਉਪਕਾਰ ਕਰਦੇ ਆ ਕਿ ਉਹਨਾਂ ਦੀ ਬਿਰਤੀ ਰੂਪੀ ਜਿਹੜੀ ਪੂਜਾ ਹੈ ਨਾ, ਉਹਨੂੰ ਗਹਿਲੀ ਪਕੜ ਕੇ ਆਪਣੇ ਕੰਠ ਲਾ ਲੈਂਦੇ। ਜਿਵੇਂ ਪਤੀ ਬਾਜੂ ਤੋਂ ਪਕੜ ਕੇ ਆਪਣੇ ਕੰਠ ਲਾ ਲਵੇ ਨਾ, ਇਵੇਂ ਫਿਰ ਮਹਾਰਾਜ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਜੀ ਬਿਰਤੀ ਰੂਪੀ ਪੂਜਾ ਨੂੰ ਪਕੜ ਕਰਕੇ ਸੱਚੇ ਪਾਤਸ਼ਾਹ ਮਹਾਰਾਜ ਆਪਣੇ ਅਭੇਦ ਨਿਸ਼ਚੈ ਰੂਪੀ ਕੰਠ ਨਾਲ ਲਾ ਲੈਂਦੇ ਆ, ਆਪਣੇ ਵਿੱਚ ਅਭੇਦ ਕਰ ਲੈਂਦੇ ਆ। ਐਸੀ ਬਖਸ਼ਿਸ਼ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਵਾਹਿਗੁਰੂ ਕਰਦੇ ਆ। ਜਦੋਂ ਬਿਰਹਾ ਦੇ ਵਿੱਚ ਆ ਕਰਕੇ ਪਰਮੇਸ਼ਰ ਨੂੰ ਚੇਤੇ ਕਰੀਏ, ਵਿਜੋਗ ਵਿੱਚ ਆ ਕਰਕੇ ਪਰਮੇਸ਼ਰ ਨੂੰ ਚੇਤੇ ਕਰੀਏ। ਬਾਬਾ ਫਰੀਦ ਸਾਹਿਬ ਜੀ ਨੂੰ ਕਿਸੇ ਨੇ ਕਿਹਾ, ਫਰੀਦ ਹੁਣ ਤਾਂ ਤੈਨੂੰ ਬਜ਼ੁਰਗੀ ਹੋ ਗਈ, ਸਰੀਰ ਬੁੱਢਾ ਹੋ ਗਿਆ। ਤੇ ਬਾਬਾ ਫਰੀਦ ਸਾਹਿਬ ਜੀ ਨੇ ਕਿਹਾ, ਫਰੀਦਾ ਜੋਬਨ ਜਾਂਦੇ ਨਾ ਡਰਾਂ, ਜੇ ਸਹਿ ਪ੍ਰੀਤ ਨਾ ਜਾਏ, ਫਰੀਦਾ ਕਿਤੀ ਜੋਬਨ ਪ੍ਰੀਤ ਬਿਨ ਸੁੱਕ ਗਏ ਕਮਲਾਏ। ਵਾਹਿਗੁਰੂ ਦੇ ਅੱਲਾ ਦੇ ਪਿਆਰ ਤੋਂ ਬਿਨਾ ਕਿੰਨੀਆਂ ਹੀ ਜਵਾਨੀਆਂ ਵਕਾਰਾਂ ਵਿੱਚ ਹੀ ਸੁੱਕ ਗਈਆਂ, ਔਗਣਾਂ ਵਿੱਚ ਹੀ ਸੁੱਕ ਗਈਆਂ। ਕਹਿੰਦੇ ਮੈਨੂੰ ਕੋਈ ਫਿਕਰ ਨਹੀਂ, ਕੋਈ ਡਰ ਨਹੀਂ, ਜੋਬਨ ਜਾਂਦੇ ਨਾ ਡਰਾਂ। ਮੈਂ ਜਵਾਨੀ ਚਲੀ ਗਈ ਤੇ ਕੋਈ ਡਰ ਨਹੀਂ ਮੈਨੂੰ, ਪਰ ਮੈਨੂੰ ਇੱਕ ਡਰ ਹੈ, ਜੇ ਸਹਿ ਪ੍ਰੀਤ ਨਾ ਜਾਏ, ਕਿਤੇ ਅੱਲਾ ਤੇਰੇ ਨਾਲ ਮੇਰੀ ਪ੍ਰੀਤ ਨਾ ਟੁੱਟ ਜੇ, ਮੈਂ ਮਾਇਆ 'ਚ ਨਾ ਕਿਤੇ ਲੱਗ ਜਾ, ਪਦਾਰਥਾਂ 'ਚ ਨਾ ਮੇਰਾ ਚਿੱਤ ਕਿਤੇ ਖੁੱਭ ਜੇ, ਕਿਉਂਕਿ ਤੇਰੇ ਤੋਂ ਵਿਛੜਿਆ ਹੋਇਆਂ ਸਾਰੀਆਂ ਜਵਾਨੀਆਂ ਸੁੱਕ ਗਈਆਂ, ਕੁਮਲਾ ਗਈਆਂ। ਵਾਹਿਗੁਰੂ ਦੇ ਪਿਆਰ ਰਸ ਵਿੱਚ ਜਿਹੜਾ ਆਨੰਦ ਵੈ, ਜਿਹੜਾ ਸੁੱਖ ਵੈ, ਉਹ ਤਾਂ ਫਿਰ ਮਹਾਰਾਜ ਨੇ ਕਿਹਾ ਸਹਿ ਕੀ ਸਾਰ ਸੁਹਾਗਣ ਜਾਣਾ। ਪਤੀ ਦੀ ਸਾਰ ਤਾਂ ਫਿਰ ਸੁਹਾਗਣ ਹੀ ਜਾਣਦੀ ਹੈ ਨਾ, ਇਉਂ ਉਹ ਗੁਰਮੁਖ ਹੀ ਜਾਣਦੇ ਆ ਵਾਹਿਗੁਰੂ ਦੀ ਯਾਦ ਵਿੱਚ ਕਿੰਨਾ ਸੁੱਖ ਹੈ, ਉਹਦੇ ਬਿਰਹਾ ਵਿੱਚ ਕਿੰਨਾ ਸੁੱਖ ਹੈ। ਇਹ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਜੇਠ ਦੇ ਮਹੀਨੇ ਦੀ ਮਹਾਰਾਜ ਸਿੱਖਿਆ ਦਿੱਤੀ ਹੈ। ਤਾਂ ਸਤਿਗੁਰੂ ਜੀ ਨੇ ਮਾਝ ਰਾਗ ਵਿੱਚ ਵੀ ਗਰੀਬ ਨਵਾਜ ਨੇ ਆਖਿਆ ਕਿ ਭਾਈ ਜਿਹੜਾ ਹਰੀ ਹੈ ਨਾ, ਜੇ ਉਹਦੇ ਦਾਮਨ ਨਾਲ ਜੁੜ ਜਾਈਏ, ਹਰ ਸੱਜਣ ਦਾਮਨ ਲੱਗਿਆ ਕਿਸੇ ਨਾ ਦੇਈ ਬੰਨ। ਮਹਾਰਾਜ ਕਹਿੰਦੇ ਕਿਸੇ ਨੂੰ ਬੰਨ ਕੇ ਨਹੀਂ ਫਿਰ ਵਾਹਿਗੁਰੂ ਦਿੰਦੇ, ਭਾਵ ਆਪਣੇ ਵਿੱਚ ਹੀ ਸਾਖਿਆਤ ਕਰ ਲੈਂਦੇ ਆ, ਆਪਣੇ ਵਿੱਚ ਹੀ ਅਭੇਦ ਕਰ ਲੈਂਦੇ ਆ। ਇਉਂ ਗੁਰਮੁਖਾਂ ਦੀ ਇੱਛਾ ਸੀ ਕਿ ਮਾਝ ਰਾਗ ਦੇ ਵਿੱਚ ਜੇਠ ਦੇ ਮਹੀਨੇ ਦੀ ਕਥਾ ਅੱਗੇ ਹੋਈ ਹੈ ਕਿੰਨੀ ਵਾਰ, ਤੇ ਇਸ ਵਾਰ ਤੁਸੀਂ ਤੁਖਾਰੀ ਰਾਗ ਦੀ ਜਿਹੜੀ ਹੈ ਜੇਠ ਦੇ ਮਹੀਨੇ ਦੀ ਉਹ ਕਥਾ ਜਿਹੜੀ ਹੈ ਸਾਂਝ ਪਾਓ। ਸੱਚੇ ਪਾਤਸ਼ਾਹ ਮਹਾਰਾਜ ਨੇ ਰਹਿਮਤ ਕੀਤੀ ਹੈ, ਬਖਸ਼ਿਸ਼ ਕੀਤੀ ਹੈ। ਮਹਾਰਾਜ ਜੀ ਨੇ ਜੋ ਜੇਠ ਦੇ ਮਹੀਨੇ ਦਾ ਪਵਿੱਤਰ ਉਪਦੇਸ਼ ਮਹਾਰਾਜ ਬਖਸ਼ਿਸ਼ ਕੀਤਾ ਹੈ, ਉਹ ਆਪਾਂ ਪਿਆਰ ਸ਼ਰਧਾ ਨਾਲ ਸਰਵਣ ਕੀਤਾ ਹੈ। ਹੋਈਆਂ ਬੇਅੰਤ ਭੁੱਲਾਂ ਬਖਸ਼ ਲੈਣੀਆਂ। ਜੋ ਲੜੀਵਾਰ ਚੱਲ ਰਹੀ ਨਵੇਂ ਪਾਤਸ਼ਾਹ ਜੀ ਦੀ ਪਵਿੱਤਰ ਬਾਣੀ ਦੀ ਕਥਾ ਹੈ, ਸੋਠ ਰਾਗ ਵਿੱਚ ਚੱਲ ਰਹੀ ਹੈ। ਸ਼ਬਦ ਪਹਿਲਾ ਹੋਇਆ ਹੈ ਸੰਪੂਰਨ, ਦੂਸਰਾ ਸ਼ਬਦ ਅੱਗੇ ਉਹ ਆਪਾਂ ਕੱਲ ਨੂੰ ਆਰੰਭ ਕਰਾਂਗੇ, ਕਿਉਂਕਿ ਅੱਜ ਹੁਣ ਸਮਾਂ ਜ਼ਿਆਦਾ ਹੋ ਚੁੱਕਾ ਹੈ। ਸੱਚੇ ਪਾਤਸ਼ਾਹ ਮਹਾਰਾਜ ਮਿਹਰ ਕਰਨ, ਹੋਈਆਂ ਭੁੱਲਾਂ ਬਖਸ਼ ਲੈਣੀਆਂ, ਅੱਗੇ ਵਾਸਤੇ ਸਮਤ ਬਖਸ਼ਣੀ ਜੀ।
ਨਿਮਾਣੀ ਨਿਤਾਣੀ ਹਰ ਬਿਨ ਕਿਉ ਪਾਵੈ ਸੁਖ ਮਹਿਲੀ। ਨਾਨਕ ਜੇਠ ਜਾਣੈ ਤਿਸ ਜੈਸੀ ਕਰਮ ਮਿਲੈ ਗੁਣ ਕਹਿਲੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਚੁੱਤ ਹੈ ਪਾਰ ਬ੍ਰਹਮ ਅਬਿਨਾਸੀ ਅਗਨਾਸ। ਹੈ ਪੂਰਨ ਹੈ ਸਰਬ ਮੈਂ ਦੁਖ ਭੰਜਨ ਗੁਣ ਤਾਸ। ਹੈ ਸੰਗੀ ਹੈ ਨਿਰੰਕਾਰ ਹੈ ਨਿਰਗੁਣ ਸਭ ਏਕ। ਹੈ ਗੋਬਿੰਦ ਹੈ ਗੁਣ ਨਿਧਾਨ ਜਾ ਕੈ ਸਦਾ ਬਬੇਕ। ਹੈ ਅਪਰੰਪਰ ਹਰ ਹਰੇ ਹਰਿ ਪੀ ਹੋਵਨ ਹਾਰ। ਹੈ ਸੰਤ ਹੈ ਕੈ ਸਦਾ ਸੰਗ ਨਿਧਾਰਾ ਆਧਾਰ। ਹੇ ਠਾਕੁਰ ਹਉ ਦਾਸੁਰ ਮੈਂ ਨਿਰਗੁਣ ਗੁਣ ਨਹੀਂ ਕੋਏ। ਨਾਨਕ ਦੀਜੈ ਨਾਮ ਦਾਨ ਰਾਖੋ ਹੀਐ ਪਰੋਏ। ਆਏ ਪ੍ਰਭ ਸਰਣਾਗਤੀ ਕਿਰਪਾ ਨਿਧ ਦਇਆਲ। ਏਕ ਅਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ ਚੜ੍ਹੇ ਸੋ ਉਤਰੇ ਪਾਰ। ਜੋ ਸ਼ਰਧਾ ਕਰ ਸੇਵੰਦੇ ਗੁਰ ਪਾਰ ਉਤਾਰਨ ਹਾਰ। ਕਥਾ ਨਿਤਾ ਪ੍ਰਤ ਹੋਤ ਹੈ ਸੁਨਹੁ ਸੋ ਸਿੰਘ ਸੋ ਜਾਨ। ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੈ ਕਲਿਆਣ। ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੈ ਕਲਿਆਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।